हाँ जी, सत श्री अकाल प्यारे विद्यार्थियों। प्यारे बच्चों, अज असी 9वीं जमात की पाठ पुस्तक ਸਾਹਿਤਮਾਲਾ के वार्तिक भाग विचों डॉक्टर हरपाल सिंह पन्नू जी के लिखे लेख बेबे जी बारे जानकारी हासिल करांगे। सो इस लेख नूं आप जी ने अपनी पाठ पुस्तक विचों जरूर पढ़ना है। सो इस लेख के संबंध विच एक छोटा जिहा सार आप जी नूं सिलेबस विच लग्या है। सो आओ पढ़ते हाँ इस लेख का सार। उत्तर है कि 4-5 साल की उम्र तक लेखक खूहों पानी भरन लई गेड़े मारदा सी। अपनी बेबे की कमीज़ की कन्नी फड़ के नाल नाल तुरदा रहिंदा सी। उस दे घर होण ते उन्हां लई दिन रात त्योहारां वर्गे हुंदे, पर जदों ओह 2-4 दिन किधरे रिश्तेदारी विच चली गई हुंदी तां ओह गुमसुम जे फिरदे रहिंदे। उन्हां दे बापू दा सुभाਅ सख्त सी, पर बेबे की गैर हाज़री विच ओह उन्हां नूं मारदा नहीं सी। जदों कदे बेबे पैसिਆਂ ਦੀ तंगी कारण उन्हां नूं कपड़े जां किताबां कापियां ना लैके दे सकदी तां ओह उन्हां दे नानकिਆਂ दे ਜਾਂਦੀ, जो रजे पुजे होण करके उन्हां दी बहुत सहायता करदे सन। पटियाले पढ़दिआं लेखक जदों घरों तुरदा तां बेबे दीआं अखां छलक पैंदियां ते ओह दसदी है कि बच्चे जदों माँ दीआं नज़रां तो परे हुंदे हन तां ओह फिक्रमंद रहिंदी है। उसने लेखक नूं दस्सिया कि उसदी मामी गुरदियाल कौर बहुत सोहणी सी ते ओह उसनूं अपनी सहेली समझदी सी, जिस ने उसनूं कहा सी कि ओह घर विच सब दी बांदी बन के रहेगी। लेखक दसदा है कि दुशहरे तो पहलां उन्हां दे घर दी लिपाई हुंदी। लिपाई तो भाव हुंदा बेटा कच्चे घर नूं मिट्टी दे नाल मिट्टी दे विच तूड़ी रला के उहनूं लिपणा, लिपाई हुंदी, जिस विच सारे मिल के हिस्सा पाउंदे। क्योंकि बेटा फिर जिवें अगे बारिशां दा समां हुंदा सी तां घरां दी लिपाई करके जिहड़े घर ਉਹ सेफ रहिंदे सी बेटा, ਉਹ ਚੋਂਦੇ नहीं सी, उन्हां दे ਉੱਪਰੋਂ मिट्टी नहीं सी खुरदी, इस करके घर दी लिपाई हुंदी। ਜਦੋਂ विसाख महीने ਵਿੱਚ कणकां पकदियां ਤਾਂ ਬੱਦਲ ਚੜ੍ਹ ਆਉਂਦੇ। बेबे दसदी है कि विसाख ਇਹ ਦੱਸਦਾ है कि ਉਹ ਦੱਸਦਾ है कि उस ਵਿੱਚ ਤੇ ਸੌਣ ਵਿੱਚ ਕੋਈ ਫਰਕ ਨਹੀਂ। ਗੱਲਾਂ ਕਰਦਿਆਂ बेबे ਨੂੰ उपमा अलंकार आप मुहारे उतरते। ये बेटा जो उपमा अलंकार होंदा किसी की तारीफ करनी। सो बेबे जी मतलब किस एक चीज़ नूं दूजी चीज़ नाल जोड़ के उपमा करके गल्लां करया करदे सी। लेखक नूं वो भाषा की टकसाल जापदी सी। लेखक नूं जापदा सी कि जिहड़ी बेबे कोले इन्ने वधिया शब्द कित्थों आ जांदे ने। ये लगदा सी कि बेबे भाषा की टकसाल है। बेबे जोखम भरे ਕੰਮਾਂ ਤੋਂ ਘਬਰਾਉਣ ਤੋਂ ਵਰਜਦੀ ਤੇ ਮਿਸਾਲਾਂ ਦੇ ਕੇ ਉਦਮ ਕਰਨ ਲਈ ਪ੍ਰੇਰਨਾ ਦਿੰਦੀ। ਸੋ ਬੇਟਾ ਜਿਵੇਂ ਅਸੀਂ ਕਹਿੰਦੇ ਆ ਕਿ ਜਿਹੜਾ ਘਰ ਹੁੰਦਾ ਬੱਚੇ ਦਾ ਮੁੱਢਲਾ ਸਕੂਲ ਹੁੰਦਾ, ਜਿਹੜੀ ਬੇਬੇ ਆ ਉਹ ਲੇਖਕ ਤੇ ਉਹਨਾਂ ਦੇ ਘਰ ਦੇ ਦੂਸਰੇ ਵਿਅਕਤੀਆਂ ਨੂੰ ਪ੍ਰੇਰਨਾ ਦਿੰਦੀ, ਮਿਸਾਲਾਂ ਦਿੰਦੀ, ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕਰਦੀ। ਉਹ ਉਸ ਗਵਾਂਢੀ ਦੀ ਖੂਬ ਝਾੜ ਝੰਬ ਕਰਦੀ ਜਿਹੜਾ ਜਨਾਨੀ ਨੂੰ ਕੁੱਟਦਾ। ਜਿਵੇਂ ਬੇਟਾ ਕੋਈ ਮੁਹੱਲੇ ਦੇ ਵਿੱਚ ਸਾਡੇ ਹੁੰਦੇ ਨੇ ਕਈ ਲੋਕ दारू ਪੀ ਕੇ ਜਾਂ ਕਿਸੇ ਲੜਾਈ ਝਗੜੇ ਕਾਰਨ ਆਪਣੀਆਂ ਪਤਨੀਆਂ ਨੂੰ ਕੁੱਟਦੇ ਨੇ, ਤਾਂ ਬੇਬੇ ਜਾ ਕੇ ਉਹਨਾਂ ਨੂੰ ਖੂਬ ਝਾੜ ਝੰਬ ਕਰਦੀ, ਕਹਿੰਦੀ ਭਾਈ ਜਨਾਨੀ 'ਤੇ ਹੱਥ ਚੱਕਣਾ ਕੋਈ ਮਰਦਾਨਗੀ ਵਾਲੀ ਗੱਲ ਹੈ, ਤੇ ਬੰਦਾ ਟੇਕ ਕੇ ਖੜ੍ਹ ਜਾਂਦਾ ਸੀ। ਅਤੇ ਜਿਹੜੀ ਬੇਬੇ ਸੀ ਮੁਹੱਲੇ ਦੇ ਲੋਕ ਉਹਦਾ ਇਹਨਾਂ ਗੱਲਾਂ ਕਰਕੇ ਬੜਾ ਸਤਿਕਾਰ ਕਰਦੇ ਸੀ। ਉਹ ਲੇਖਕ ਨੂੰ ਮਿਲਣ ਲਈ ਬਹਿਬਲ ਰਹਿੰਦੀ ਅਤੇ ਆਪਣੇ ਆਪ ਨੂੰ ਵੱਡੇ ਕਿਲੇ ਦਾ ਜਿੰਦਰਾ ਸਮਝਦੀ। ਵਿਆਕਲ ਹੀ ਕਹਿੰਦੇ ਆਪਾਂ ਵੀ ਬੇਚੈਨ ਰਹਿੰਦੀ ਕਿ ਮੇਰਾ ਜਿਹੜਾ ਬੱਚਾ ਨਹੀਂ ਆਇਆ, ਮੇਰਾ ਪੋਤਰਾ ਨਹੀਂ ਆਇਆ, ਮੇਰਾ ਪੁੱਤਰ ਨਹੀਂ ਆਇਆ। ਜਿਵੇਂ ਮਾਵਾਂ ਆਪਣੇ ਪੁੱਤ ਪੋਤਿਆਂ ਲਈ ਵਿਆਕੁਲ ਰਹਿੰਦੀਆਂ ਨੇ, ਉਹ ਬੇਟਾ ਆਪਣੇ ਆਪ ਨੂੰ ਵੱਡੇ ਕਿਲੇ ਦਾ ਜਿੰਦਰਾ ਸਮਝਦੀ ਸੀ। ਵੱਡਾ ਕਿਲਾ ਬੇਟਾ ਜਿਵੇਂ ਵੱਡਾ ਸਾਰਾ ਕਿਲਾ, ਉਹਦੇ ਸਾਰੇ ਗੇਟ ਬੰਦ ਕਰਕੇ ਜਦੋਂ ਅਸੀਂ ਇੱਕ ਵੱਡਾ ਜਿੰਦਾ ਲਾ ਦਿੰਦੇ ਹਾਂ ਸਾਰਾ ਕਿਲਾ ਬੰਦ ਲੱਗਦਾ। ਅਤੇ ਇਸ ਤਰ੍ਹਾਂ ਦਾ ਰੋਲ ਸੀਗਾ ਬੇਬੇ ਜੀ ਦਾ, ਜਿਹੜਾ ਉਸ ਦੇ ਆਉਣ ਨਾਲ ਹੀ ਖੁੱਲ੍ਹਦਾ ਸੀ। ਹੁਣ ਉਸ ਨੂੰ ਘੱਟ ਸੁਣਦਾ ਅਤੇ ਘੱਟ ਦਿਸਦਾ ਸੀ, ਪਰ ਉਹ ਉਹਨਾਂ ਨੂੰ ਦੇਖ ਕੇ ਕਦੀ ਖੁਸ਼ ਹੋ ਜਾਂਦੀ ਅਤੇ ਕਦੀ ਉਦਾਸ ਹੋ ਜਾਂਦੀ। ਹੁਣ ਬੇਬੇ ਨੂੰ ਇੱਕ ਤਾਂ ਬੇਟਾ ਘੱਟ ਦਿਖਣ ਲੱਗ ਪਿਆ ਸੀ ਉਮਰ ਦੇ ਹਿਸਾਬ ਨਾਲ, ਅਤੇ ਇੱਕ ਘੱਟ ਸੁਣਨ ਲੱਗ ਪਿਆ ਸੀ।
ਉਹ ਉਹਨਾਂ ਦੀ ਤੋਰ ਅਤੇ ਚਿਹਰਿਆਂ ਤੋਂ ਹੀ ਪਛਾਣ ਲੈਂਦੀ ਸੀ ਕਿ ਉਹ ਖੁਸ਼ ਹਨ ਜਾਂ ਉਦਾਸ। ਬੇਬੇ ਦੀ ਇਹ ਖਾਸੀਅਤ ਦੱਸਦੇ ਨੇ, ਕਹਿੰਦੇ ਉਹ ਸਾਡੇ ਚਿਹਰੇ ਦੇਖ ਕੇ, ਸਾਡੀ ਤੋਰ ਦੇਖ ਕੇ ਦੱਸ ਦਿੰਦੇ ਸੀ ਇਹ ਖੁਸ਼ ਨੇ ਜਾਂ ਉਦਾਸ। ਉਹ 90 ਸਾਲਾਂ ਦੀ ਹੋ ਕੇ ਵੀ ਆਪਣੇ ਜਨਮ ਪਿੰਡ ਨੂੰ ਹੀ ਆਪਣਾ ਪਿੰਡ ਸਮਝਦੀ ਸੀ। 90 ਸਾਲ ਦੇ ਹੋ ਗਏ ਸੀ ਉਹ, ਜਿੱਥੇ ਬੇਬੇ ਦਾ ਕਹਿੰਦੇ ਪਿੰਡ ਸੀ, ਜਿੱਥੇ ਬੇਬੇ ਦਾ ਜਨਮ ਹੋਇਆ ਸੀ, ਉਹ ਉਸੇ ਪਿੰਡ ਨੂੰ ਆਪਣਾ ਪਿੰਡ ਸਮਝਦੀ ਸੀ, ਨਾ ਕਿ ਉਹ ਉਸ ਪਿੰਡ ਨੂੰ ਆਪਣਾ ਪਿੰਡ ਸਮਝਦੀ ਸੀ ਜਿੱਥੇ ਉਹ ਵਿਆਹ ਕੇ ਆਈ ਹੋਈ ਸੀ। ਉਹ ਕਹਿੰਦੀ ਸੀ ਕਿ ਜਿੰਨਾ ਚਿਰ ਉਹ ਜਿਉਂਦੀ ਹੈ ਓਨਾ ਚਿਰ ਹੀ ਉਹ ਸਾਰੇ ਭੈਣ ਭਾਈ ਅਤੇ ਰਿਸ਼ਤੇਦਾਰ ਮਿਲਦੇ ਹਨ, ਪਰ ਜਦੋਂ ਉਹ ਨਾ ਰਹੀ ਤਾਂ ਇਹ ਰਾਜਧਾਨੀ ਟੁੱਟ ਜਾਵੇਗੀ। ਹੁਣ ਕਹਿੰਦੀ ਸੀ ਭਾਈ ਮੈਂ ਆ ਛੋਟੇ ਮੁੰਡੇ ਨਾਲ ਇੱਥੇ ਰੋਟੀ ਖਾਣੀ ਆ, ਹੁਣ ਤੁਸੀਂ ਸਾਰੇ ਭੈਣ ਭਾਈ ਇਕੱਠੇ ਹੋ ਕੇ ਉਰੇ ਆਉਂਦੇ ਹੋ, ਇਹਦਾ ਘਰ ਇੱਕ ਰਾਜਧਾਨੀ ਬਣਿਆ ਹੋਇਆ। ਰਾਜਧਾਨੀ ਦਾ ਭਾਵ ਜਿੱਥੇ ਸਾਰੇ ਲੋਕ ਆਉਂਦੇ ਜਾਂਦੇ ਨੇ, ਇੱਕ ਕੇਂਦਰ ਬਿੰਦੂ ਬਣਿਆ ਹੋਇਆ ਬੇਬੇ ਕਰਕੇ ਉਹ ਘਰ। ਹੁਣ ਬੇਬੇ ਕਹਿੰਦੀ ਹੈ ਕਿ ਪੁੱਤ ਜਦੋਂ ਮੈਂ ਤੁਰ ਗਈ, ਮੈਂ ਨਾ ਰਹੀ, ਜਦੋਂ ਮੈਂ ਮਰ ਗਈ, ਕਿ ਫਿਰ ਇਹ ਮੈਨੂੰ ਲੱਗਦਾ ਰਾਜਧਾਨੀ ਟੁੱਟ ਜੂਗੀ, ਤੁਸੀਂ ਆਉਣਾ ਜਾਣਾ ਬੰਦ ਤਾਂ ਨਹੀਂ ਕਰ ਦੋਗੇ। ਉਹ ਉਹਨਾਂ ਦੀ ਤਰੱਕੀ ਤੋਂ ਖੁਸ਼ ਸੀ ਅਤੇ ਆਸ ਕਰਦੀ ਸੀ ਕਿ ਉਹਨਾਂ ਦੇ ਬੱਚੇ ਹੋਰ ਅੱਗੇ ਵਧਣਗੇ। ਹੁਣ ਬੇਬੇ ਦੇਖਦੀ ਹੈ ਕਿ ਜਿਹੜੇ ਮੇਰੇ ਪੁੱਤਰ ਨੇ ਉਹ ਅਲੱਗ-ਅਲੱਗ ਆਪਣੇ ਪਰਿਵਾਰਾਂ ਦੇ ਵਿੱਚ ਮਿਹਨਤਾਂ ਕਰ ਰਹੇ ਨੇ, ਅੱਗੇ ਵਧ ਰਹੇ ਨੇ। ਇਸ ਗੱਲੋਂ ਬੇਬੇ ਖੁਸ਼ ਵੀ ਸੀ ਅਤੇ ਅੱਗੇ ਹਮੇਸ਼ਾ ਦੁਆਵਾਂ ਕਰਦੀ ਸੀ ਤੁਹਾਡੇ ਬੱਚੇ ਅੱਗੇ ਵਧਣ, ਤੁਹਾਡਾ ਕਾਰੋਬਾਰ ਅੱਗੇ ਵਧੇ। ਉਹ ਕਹਿੰਦੀ ਸੀ ਕਿ ਜਦੋਂ ਉਹ ਨਾ ਰਹੀ ਤਾਂ ਉਹਨਾਂ ਦਾ ਇਸ ਘਰ ਵਿੱਚ ਆਉਣ ਨੂੰ ਦਿਲ ਵੀ ਨਹੀਂ ਕਰਿਆ ਕਰੇਗਾ। ਉਹ ਕਹਿੰਦੇ ਸੀ ਪੁੱਤ ਹੁਣ ਤੁਸੀਂ ਭੱਜੇ ਆਉਂਦੇ ਨਾ, ਮੈਂ ਬੈਠੀ ਹਾਂ, ਜਦੋਂ ਮੈਂ ਮਰ ਗਈ ਕਰੇ ਤੁਹਾਡਾ ਕਹਿੰਦੀ ਉਰੇ ਆਉਣ ਨੂੰ ਦਿਲ ਨਹੀਂ ਕਰਿਆ ਕਰਨਾ। ਇਹ ਬੇਬੇ ਦੀਆਂ ਗੱਲਾਂ ਨੇ ਜਿਹੜੀਆਂ ਲੇਖਕ ਯਾਦ ਕਰਦਾ। ਲੇਖਕ ਦੱਸਦਾ ਹੈ ਕਿ ਉਸ ਦਾ ਛੋਟਾ ਭਰਾ ਮਾਪਿਆਂ ਦੀ ਸੇਵਾ ਕਰਦਾ ਰਿਹਾ ਅਤੇ ਉਹ ਹਰ ਖੁਸ਼ੀ ਗਮੀ ਅਤੇ ਤਿੱਥ ਤਿਉਹਾਰ ਉੱਤੇ ਉੱਥੇ ਇਕੱਠੇ ਹੁੰਦੇ ਰਹੇ। ਹੁਣ ਦੱਸਦਾ ਕਿ ਜਿਹੜਾ ਲੇਖਕ ਦਾ ਬੇਟਾ ਛੋਟਾ ਭਰਾ, ਉਹ ਕਹਿੰਦਾ ਵੀ ਸਾਡੇ ਮਾਪਿਆਂ ਦੀ ਸੇਵਾ ਮੇਰਾ ਛੋਟਾ ਭਰਾ ਕਰਦਾ ਸੀ ਅਤੇ ਉਸ ਘਰ ਦੇ ਵਿੱਚ ਅਸੀਂ ਜਾਂਦੇ ਜਿੱਥੇ ਸਾਡੀ ਬੇਬੇ ਰਿਹਾ ਕਰਦੀ ਸੀ। ਸੋ ਲੇਖਕ ਨੂੰ ਬੇਟਾ ਬੇਬੇ ਆ ਜਿਹੜੀ ਕਦੇ ਕੰਮ ਕਰਦੀ ਨਜ਼ਰ ਆਉਂਦੀ ਆ, ਕਦੇ ਉਹਦੀਆਂ ਗੱਲਾਂ ਚੇਤੇ ਆਉਂਦੀਆਂ ਨੇ, ਕਦੇ ਬੇਬੇ ਦੇ ਬੋਲੇ ਹੋਏ ਮੁਹਾਵਰੇ ਚੇਤੇ ਆਉਂਦੇ ਨੇ, ਅਤੇ ਕਦੇ ਜਦੋਂ ਬੇਬੇ ਕੋਈ ਮੁਹੱਲੇ 'ਚ ਲੜ ਪੈਂਦਾ ਉਹਨਾਂ ਨੂੰ ਛਡਾਉਣ ਜਾਂਦੀ ਹੈ ਉੱਥੇ ਮੁੰਡੇ ਨੂੰ, ਜੇ ਕੋਈ ਆਪਦੀ ਲੇਡੀਜ਼ ਨੂੰ ਕੁੱਟ ਰਿਹਾ, ਜਨਾਨੀ ਨੂੰ ਕੁੱਟ ਰਿਹਾ, ਤੀਵੀਂ ਨੂੰ ਕੁੱਟ ਰਿਹਾ, ਤਾਂ ਉਹਨੂੰ ਘੂਰ ਘੱਪ ਕਰਦੀ, ਇਹ ਯਾਦ ਆਉਂਦੀ। ਅਤੇ ਬੇਬੇ ਦੇ ਜਿਹੜੇ ਕੰਮ ਕਰਨ ਦੇ ਢੰਗ ਸੀ ਜਾਂ ਲੇਖਕ ਨੂੰ ਉਹਦੇ ਪਰਿਵਾਰ ਨੂੰ ਮੋਟੀਵੇਟ ਕਰਨ ਦੇ ਢੰਗ ਸੀ, ਉਹ ਸਾਰੀਆਂ ਗੱਲਾਂ ਲੇਖਕ ਨੂੰ ਬੇਟਾ ਯਾਦ ਹੁੰਦੀਆਂ ਨੇ। ਤਾਂ ਕਰਕੇ ਇਸ ਚੈਪਟਰ ਦਾ ਨਾਮ ਬੇਬੇ ਰੱਖਿਆ ਗਿਆ। ਬੇਬੇ ਜਿਵੇਂ ਆਪਣੇ ਘਰਾਂ ਦੇ ਵਿੱਚ ਅਸੀਂ ਦਾਦੀ ਮਾਂ ਨੂੰ ਵੀ ਬੇਟਾ ਬੇਬੇ ਕਹਿ ਦਿੰਦੇ ਹਾਂ, ਅਤੇ ਜਿਹੜੀ ਮਾਂ ਦੀ ਕੁੱਖੋਂ ਅਸੀਂ ਜਨਮ ਲਿਆ ਸਾਡੀ ਸਕੀ ਮਾਂ ਨੂੰ ਵੀ ਅਸੀਂ ਬੇਬੇ ਕਹਿ ਦਿੰਦੇ ਹਾਂ। ਸੋ ਬੇਟਾ ਇਹ ਜਿਹੜਾ ਚੈਪਟਰ ਆ ਜਦੋਂ ਅਸੀਂ ਇਹਨੂੰ ਪਾਠ ਪੁਸਤਕ ਵਿੱਚੋਂ ਪੜ੍ਹਦੇ ਹਾਂ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਜਾਣਕਾਰੀ ਮਿਲਦੀ ਆ। ਸੋ ਸਾਰ ਦੇ ਵਿੱਚ ਬੇਟਾ ਇੰਨੀ ਕੀ ਜਾਣਕਾਰੀ ਸੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ। ਆਓ ਹੁਣ ਇਸੇ ਚੈਪਟਰ ਨਾਲ ਸੰਬੰਧਿਤ ਜਿਹੜੇ ਕੁਐਸਚਨ ਆਨਸਰ ਨੇ ਉਹਨਾਂ 'ਤੇ ਝਾਤ ਪਾਉਂਦੇ ਹਾਂ। ਪ੍ਰਸ਼ਨ ਨੰਬਰ ਪਹਿਲਾ, ਲੇਖਕ ਦੇ ਬਚਪਨ ਦਾ ਜੀਵਨ ਕਿਹੋ ਜਿਹਾ ਸੀ? ਲੇਖਕ ਨੇ ਜਿਹੜਾ ਬਚਪਨ ਕਿੱਦਾਂ ਦਾ ਲੰਘਾਇਆ ਆਪਣੇ ਘਰ 'ਚ, ਉਹ ਦੱਸਦਾ ਕਿ ਆਪਣੀ ਬੇਬੇ ਨਾਲ ਖੂਹ 'ਤੇ ਜਾਣਾ, ਪਾਣੀ ਭਰਨਾ, ਉਹਦਾ ਪੱਲਾ ਫੜ ਕੇ ਰੱਖਣਾ, ਜਿਵੇਂ ਛੋਟੇ ਬੱਚੇ ਪੁਰਾਣੇ ਪਿੰਡਾਂ ਦੇ ਵਿੱਚ ਰਹਿੰਦੇ ਸੀ ਉਸੇ ਤਰ੍ਹਾਂ ਦਾ ਜਿਹੜਾ ਜੀਵਨ ਆ ਬੇਟਾ ਉਹ ਲੇਖਕ ਨੇ ਹੰਢਾਇਆ। ਆਓ ਪੜ੍ਹਦੇ ਹਾਂ। ਲੇਖਕ ਦਾ ਬਚਪਨ ਬੇਬੇ ਦੇ ਪਿਆਰ ਨਾਲ ਭਰਿਆ ਹੋਇਆ ਸੀ। ਪਹਿਲੇ ਸ਼ਬਦ ਦੇ ਵਿੱਚ ਹੀ ਬਹੁਤ ਸਾਰਾ ਗਿਆਨ ਆ ਬੇਟਾ। ਜਦੋਂ ਬੇਬੇ ਘਰ ਹੁੰਦੀ ਤਾਂ ਉਸ ਨੂੰ ਦਿਨ ਰਾਤ ਤਿਉਹਾਰਾਂ ਵਰਗੇ ਲੱਗਦੇ। ਕਹਿੰਦਾ ਜਦੋਂ ਬੇਬੇ ਉਹਨਾਂ ਦੇ ਘਰ ਦੇ ਵਿੱਚ ਹੁੰਦੀ ਉਹਨੂੰ ਦਿਨ ਅਤੇ ਰਾਤ ਤਿਉਹਾਰਾਂ ਵਰਗੇ ਲੱਗਦੇ। ਉਹ ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰੱਖਤਾਂ ਉੱਤੇ ਚੜ੍ਹਦੇ ਉਤਰਦੇ, ਛਾਲਾਂ ਮਾਰਦੇ, ਨਹਿਰ ਵਿੱਚ ਕੁੱਦਦੇ ਅਤੇ ਰੇਤ ਵਿੱਚ ਲਿਟਦੇ, ਪਰ ਸੱਟ ਫੇਟ ਬਿਮਾਰੀ ਨੇੜੇ ਤੇੜੇ ਨਹੀਂ ਸੀ। ਇਸ ਤਰ੍ਹਾਂ ਦਾ ਜਿਹੜਾ ਬਚਪਨ ਲੇਖਕ ਦਾ ਬੀਤਦਾ। ਹਰੇਕ ਬੱਚੇ ਦਾ ਬਚਪਨ ਲਗਭਗ ਇਸ ਤਰ੍ਹਾਂ ਹੀ ਬੀਤਦਾ ਬੇਟਾ। ਸੋ ਲੇਖਕ ਆਪਣੇ ਮਨ ਦੀਆਂ ਗੱਲਾਂ ਦੱਸਦਾ ਹੈ ਕਿ ਜਦੋਂ ਬੇਬੇ ਘਰ ਨਹੀਂ ਸੀ ਹੁੰਦੀ ਤਾਂ ਉਹ ਚੁੱਪ-ਚਾਪ, ਗੁੰਮ-ਸੁੰਮ ਜਿਹੇ ਇੱਧਰ ਉੱਧਰ ਫਿਰਦੇ ਰਹਿੰਦੇ। ਵੀ ਜਦੋਂ ਬੇਬੇ ਘਰੇ ਨਹੀਂ ਸੀ ਨਾ ਹੁੰਦੀ, ਚੁੱਪ-ਚਾਪ ਗੁੰਮ-ਸੁੰਮ ਜਿਹੇ ਹੋਏ ਰਹਿੰਦੇ। ਉਹਨਾਂ ਦੇ ਬਾਪੂ ਦਾ ਸੁਭਾਅ ਸਖਤ ਸੀ, ਪਰ ਬੇਬੇ ਦੀ ਗੈਰ ਹਾਜ਼ਰੀ ਵਿੱਚ ਉਹ ਉਹਨਾਂ ਨੂੰ ਮਾਰਦਾ ਨਹੀਂ ਸੀ, ਕਿਉਂਕਿ ਉਹ ਰੋਣੋਂ ਨਹੀਂ ਸੀ ਹਟਦੇ। ਫਿਰ ਕਹਿੰਦੇ ਜਿਹੜਾ ਲੇਖਕ ਦਾ ਪਿਤਾ ਹੈ ਉਹਨਾਂ ਦਾ ਸੁਭਾਅ ਬੇਟਾ ਸਖਤ ਹੁੰਦਾ ਅਤੇ ਉਹ ਕੁੱਟਦੇ ਹੁੰਦੇ ਸੀ ਆਮ ਜਦੋਂ ਬੇਬੇ ਘਰ ਹੁੰਦੀ ਸੀ। ਪਰ ਕਹਿੰਦੇ ਜਦੋਂ ਬੇਬੇ ਗਈ ਹੁੰਦੀ ਸੀ ਫਿਰ ਉਦੋਂ ਸਾਨੂੰ ਉਹ ਮਾਰਦੇ ਨਹੀਂ ਸੀ। ਕਹਿੰਦੇ ਫਿਰ ਜੇ ਮਾਰਦੇ ਵੀ ਅਸੀਂ ਰੋਣੋਂ ਨਹੀਂ ਸੀ ਹਟਦੇ। ਉਹਨਾਂ ਦਾ ਬਚਪਨ ਗਰੀਬੀ ਭਰਿਆ ਵੀ ਸੀ, ਪਰ ਉਹਨਾਂ ਦੇ ਘਰ ਨਾਨਕਿਆਂ ਵੱਲੋਂ ਬਹੁਤ ਮਦਦ ਆਉਂਦੀ ਸੀ।
ਹੁਣ ਲੇਖਕ ਕਹਿੰਦਾ ਵੀ ਉਂਝ ਅਸੀਂ ਬਚਪਨ ਦੇ ਵਿੱਚ ਮੈਂ ਗਰੀਬੀ ਹੰਢਾਈ ਆ, ਪਰ ਜਿਹੜਾ ਲੇਖਕ ਆ ਬੇਟਾ ਉਹਦੇ ਨਾਨਕੇ ਉਹ ਥੋੜ੍ਹੇ ਤਕੜੇ ਹੁੰਦੇ ਨੇ ਅਤੇ ਉਹ ਉਹਨਾਂ ਦੀ ਮਦਦ ਕਰਦੇ ਰਹਿੰਦੇ ਨੇ। ਪਰ ਕਹਿੰਦੇ ਗਰੀਬੀ ਅਸੀਂ ਹੰਢਾਈ ਆ, ਪਰ ਨਾਨਕਿਆਂ ਵੱਲੋਂ ਸਾਡੀ ਮਦਦ ਬਹੁਤ ਹੁੰਦੀ ਸੀ। ਪ੍ਰਸ਼ਨ ਨੰਬਰ 2, ਪੁੱਤਰ ਦੇ ਘਰੋਂ ਤੁਰਨ ਸਮੇਂ ਮਾਂ ਪੁੱਤਰ ਦੀ ਆਪਸੀ ਗੱਲਬਾਤ ਦਾ ਵਰਣਨ ਕਰੋ। ਹੁਣ ਜਦੋਂ ਲੇਖਕ ਬੇਟਾ ਪਟਿਆਲੇ ਪੜ੍ਹਦਾ ਹੈ ਅਤੇ ਉਹਦੀ ਜਿਹੜੀ ਬੇਬੇ ਜੀ ਆ ਉਹਨੂੰ ਘਰੋਂ ਤੋਰਦੇ ਨੇ, ਉਹਨਾਂ ਦੇ ਵਿਚਕਾਰ ਕਿਹੜੇ ਵਾਰਤਾਲਾਪ ਹੁੰਦੇ ਨੇ। ਜਦੋਂ ਪਟਿਆਲੇ ਪੜ੍ਹਦੇ ਹਾਂ ਲੇਖਕ ਘਰੋਂ ਤੁਰਨ ਲੱਗਦਾ ਤਾਂ ਉਸ ਦੀ ਬੇਬੇ ਦੀਆਂ ਅੱਖਾਂ ਛਲਕ ਪੈਂਦੀਆਂ ਨੇ, ਅੱਖਾਂ 'ਚ ਨਮੀ ਆ ਜਾਂਦੀ ਆ, ਹਲਕੇ ਹਲਕੇ ਹੰਝੂ ਆ ਜਾਂਦੇ ਨੇ। ਲੇਖਕ ਖੂਬ ਹੱਸਦਾ ਅਤੇ ਉਸ ਨੂੰ ਪੁੱਛਦਾ ਹੈ ਕਿ ਕੀ ਉਹ ਸਰਹੱਦ ਉੱਤੇ ਜੰਗ ਲੜਨ ਲਈ ਚੱਲਿਆ ਹੈ। ਹੁਣ ਕਹਿੰਦਾ ਬੇਬੇ ਕਿਉਂ ਐਵੇਂ ਮਨ ਖਰਾਬ ਕਰਦੀ ਆ, ਮੈਂ ਕਿਹੜਾ ਜੰਗ 'ਤੇ ਲੜਾਈ ਲੜਨ ਚੱਲਿਆ। ਕਿ ਕਿਉਂਕਿ ਉਸਨੇ ਰੋਣਾ ਧੋਣਾ ਸ਼ੁਰੂ ਕਰਤਾ, ਕਹਿੰਦਾ ਤੂੰ ਰੋਣ ਧੋਣ ਲੱਗ ਗਈ ਵੀ ਮੈਂ ਕਿਤੇ ਜੰਗ ਦੇ ਮੈਦਾਨ 'ਚ ਚੱਲਿਆ ਕਿ ਮੁੜ ਕੇ ਨਹੀਂ ਆਉਣਾ, ਐਵੇਂ ਨਾ ਬੇਬੇ ਕਰਿਆ ਕਰ। ਲੇਖਕ ਹੁਣ ਆਪਣੀ ਬੇਬੇ ਨਾਲ ਬੇਟਾ ਇਹ ਗੱਲਾਂ ਬਾਤਾਂ ਕਰਦਾ। ਇਹ ਸੁਣ ਕੇ ਉਹ ਅੱਖਾਂ ਪੂੰਝਦੀ ਹੋਈ ਕਹਿੰਦੀ ਆ, ਕਟਰੂ ਬਛਰੂ ਕੋਈ ਸਰਹੱਦਾਂ ਉੱਤੇ ਲੜਨ ਨਹੀਂ ਜਾਂਦੇ, ਪਰ ਜਰਾ ਅੱਖਾਂ ਤੋਂ ਓਹਲੇ ਹੋਣ ਤਾਂ ਮੱਝਾਂ ਗਾਵਾਂ ਅੜਿੰਗਣ ਲੱਗ ਪੈਂਦੀਆਂ ਹਨ। ਕਹਿੰਦੀ ਪੁੱਤ ਤੂੰ ਤਾਂ ਇਹ ਗੱਲ ਕਹਿਣਾ, ਜਿਹੜੇ ਕਟਰੂ ਬਛਰੂ ਹੁੰਦੇ ਨੇ ਜੇ ਉਹ ਵੀ ਅੱਖਾਂ ਤੋਂ ਓਹਲੇ ਹੋ ਜਾਣ ਨਾ, ਡੰਗਰ ਮੱਝਾਂ ਵੀ ਰੋਣ ਲੱਗ ਜਾਂਦੀਆਂ ਨੇ, ਅੜਿੰਗਣ ਲੱਗ ਜਾਂਦੀਆਂ ਨੇ, ਤੂੰ ਤਾਂ ਫੇਰ ਮੇਰਾ ਪੁੱਤਾਂ ਮੇਰੀ ਅੱਖਾਂ ਤੋਂ ਓਹਲੇ ਹੋ ਰਿਹਾ। ਕਹਿੰਦੀ ਜੇ ਪਸ਼ੂ ਰੋਣ ਲੱਗ ਜਾਂਦੇ ਨੇ ਵਿਯੋਗ 'ਚ, ਕਿ ਮੈਂ ਤੇਰੀ ਮਾਂ ਮੈਨੂੰ ਦੁੱਖ ਨਹੀਂ ਹੋਊ। ਹੁਣ ਦੇਖੋ ਐਗਜ਼ਾਮਪਲ, ਹੁਣ ਲੇਖਕ ਇਹਨਾਂ ਗੱਲਾਂ ਕਰਕੇ ਬੇਬੇ ਨੂੰ ਕਹਿੰਦਾ ਕਿ ਮੈਨੂੰ ਲੱਗਦਾ ਕਿ ਬੇਬੇ ਇੱਕ ਚੱਲਦੀ ਫਿਰਦੀ ਪੰਜਾਬੀ ਦੀ ਜਾਂ ਭਾਸ਼ਾ ਦੀ ਟਕਸਾਲ ਹੈ, ਕਿ ਬੇਬੇ ਕੋਲੇ ਇਹੋ ਜਿਹੀਆਂ ਐਗਜ਼ਾਮਪਲਾਂ ਨਿਕਲੀਆਂ ਹੁੰਦੀਆਂ ਸੀ ਅੱਗੇ ਬੇਟਾ। ਪਰ ਜਰਾ ਅੱਖਾਂ ਤੋਂ ਓਹਲੇ ਹੋਣ ਤਾਂ ਮੱਝਾਂ ਗਾਵਾਂ ਅੜਿੰਗਣ ਲੱਗ ਪੈਂਦੀਆਂ ਹਨ, ਰੱਸੇ ਤੜਵਾਉਂਦੀਆਂ ਹਨ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ ਕਿ ਜਿੱਥੇ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ। ਅੱਖੋਂ ਓਹਲੇ ਪਤਾ ਨਹੀਂ ਕੀ ਵਾਪਰ ਜਾਵੇ, ਪਰ ਉਹ ਇਸ ਗੱਲ ਨੂੰ ਨਹੀਂ ਸਮਝ ਸਕਦਾ। ਹੁਣ ਬੇਟਾ ਉਹ ਜਿਹੜੀ ਦਾਦੀ ਮਾਂ ਜਾਂ ਉਸ ਦੀ ਮਾਂ ਹੈ ਲੇਖਕ ਦੀ, ਉਹ ਕਹਿੰਦੀ ਜੇ ਮੱਝਾਂ ਗਾਵਾਂ ਤੋਂ ਵੀ ਉਹਨਾਂ ਦੇ ਬੱਚੇ ਪਰਾਂ ਹੋ ਜਾਣ, ਉਹ ਵੀ ਰੱਸੇ ਤੜਵਾਉਂਦੀਆਂ ਨੇ, ਅੜਿੰਗਦੀਆਂ ਨੇ। ਪੰਛੀ ਜਿਹੜੀਆਂ ਮਾਵਾਂ ਨੇ, ਜੇ ਉਹਨਾਂ ਦੇ ਬੱਚੇ ਉਹਨਾਂ ਨੂੰ ਮਿਲਣ, ਉਹ ਵੀ ਵਿਅਕੁਲ ਹੋ ਜਾਂਦੀਆਂ ਨੇ, ਪਰੇਸ਼ਾਨ ਹੋ ਜਾਂਦੀਆਂ ਨੇ। ਕਹਿੰਦੇ ਜੇ ਬੱਚੇ ਨਜ਼ਰਾਂ ਦੇ ਵਿੱਚ ਹੋਣ ਤਾਂ ਸਭ ਠੀਕ ਆ, ਪਰ ਜਦੋਂ ਬੱਚੇ ਨਜ਼ਰਾਂ ਤੋਂ ਪਰਾਂ ਚਲੇ ਜਾਂਦੇ ਨੇ, ਮਾਵਾਂ ਬੜੀਆਂ ਫਿਕਰਮੰਦ ਹੁੰਦੀਆਂ ਨੇ। ਹੁਣ ਜਿਹੜਾ ਲੇਖਕ ਆ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦਾ, ਕਿਉਂਕਿ ਉਹ ਮਾਂ ਦੀਆਂ ਭਾਵਨਾਵਾਂ ਸਨ। ਪ੍ਰਸ਼ਨ ਨੰਬਰ 3, ਲੇਖਕ ਦੇ ਪਰਿਵਾਰ ਦੀ ਉਸ ਦੇ ਨਾਨਕੇ ਕਿਵੇਂ ਮਦਦ ਕਰਦੇ ਸਨ। ਉੱਤਰ ਹੈ, ਲੇਖਕ ਦੇ ਮਾਮੇ ਰੱਜੇ ਪੁੱਜੇ ਵਾਹੀਕਾਰ ਸਨ। ਵਾਹੀਕਾਰ ਜਿਵੇਂ ਅਸੀਂ ਕਹਿੰਦੇ ਕਿਸਾਨ ਸਨ, ਖੇਤੀ ਕਰਨ ਵਾਲੇ ਸਨ, ਜਾਂ ਉਹਨਾਂ ਕੋਲ ਪੈਸਾ ਸੀ ਬੇਟਾ, ਇਹ ਮੰਨ ਲਓ। ਉਹ ਲੇਖਕ ਦੇ ਪਰਿਵਾਰ ਦੀ ਬਹੁਤ ਸਹਾਇਤਾ ਕਰਦੇ ਸਨ। ਜਦੋਂ ਘਰ ਵਿੱਚ ਉਹਨਾਂ ਦੇ ਕੱਪੜੇ ਜਾਂ ਕਿਤਾਬਾਂ ਕਾਪੀਆਂ ਲੈਣ ਲਈ ਪੈਸੇ ਨਾ ਹੁੰਦੇ ਤਾਂ ਉਹਨਾਂ ਦੀ ਬੇਬੇ ਆਪਣੇ ਮਾਪਿਆਂ ਦੇ ਜਾਂਦੀ ਅਤੇ ਉੱਥੋਂ ਉਹ ਖਾਲੀ ਨਹੀਂ ਸੀ ਆਉਂਦੀ। ਉਹ ਉਹਨਾਂ ਦੇ ਘਰੋਂ ਦੁੱਧੋਂ ਹਟੀ ਮੱਝ ਜਾਂ ਗਾਂ ਲੈ ਕੇ ਸੂਈ ਹੋਈ ਛੱਡ ਜਾਂਦੇ। ਉਹ ਲੇਖਕ ਹੋਰਾਂ ਨੂੰ ਘਿਓ ਅਤੇ ਖੋਆ ਦਿੰਦੇ ਅਤੇ ਘੋੜੀ ਉੱਤੇ ਝੂਟੇ ਦਿੰਦੇ। ਹੁਣ ਬੇਟਾ ਇੱਥੋਂ ਪਤਾ ਲੱਗਦਾ ਕਿ ਲੇਖਕ ਦਾ ਜਿਹੜਾ ਪਰਿਵਾਰ ਆ ਆਰਥਿਕ ਮੰਦਹਾਲੀ ਚੱਲ ਰਿਹਾ, ਅਤੇ ਉਹਦੇ ਨਾਨਕਾ ਪਰਿਵਾਰ ਆ ਉਹ ਥੋੜ੍ਹਾ ਰਹੀਸ਼ ਨੇ, ਪੈਸੇ ਵਾਲੇ ਨੇ। ਹੁਣ ਲੇਖਕ ਦੱਸਦਾ ਵੀ ਜਦੋਂ ਸਾਡੇ ਕੋਲ ਪੈਨ ਕਾਪੀਆਂ ਲਈ ਪੈਸੇ ਨਾ ਹੁੰਦੇ ਤਾਂ ਬੇਬੇ ਨਾਨਕੀ ਚਲੀ ਜਾਂਦੀ, ਤਾਂ ਉੱਥੋਂ ਕਦੇ ਖਾਲੀ ਨਹੀਂ ਸੀ ਮੋੜਦੇ। ਅਤੇ ਜੇ ਅਸੀਂ ਦੁੱਧ ਦੀ ਗੱਲ ਕਰੀਏ ਜਾਂ ਪੁੱਤ ਦੀ ਗੱਲ ਕਰੀਏ ਜਾਂ ਘਿਓ ਦੀ ਗੱਲ ਕਰੀਏ, ਤਾਂ ਕਹਿੰਦੇ ਜਦੋਂ ਉਹਨਾਂ ਦੇ ਘਰ ਦੁੱਧ ਦੇਣ ਵਾਲੀਆਂ ਮੱਝਾਂ ਜਾਂ ਦੁੱਧ ਦੇਣ ਵਾਲੀ ਮੱਝ ਦੁੱਧ ਦੇਣੋਂ ਹਟ ਜਾਂਦੀ ਤਾਂ ਉਹਦੇ ਮਾਮੇ ਉਹ ਮੱਝ ਨੂੰ ਲੈ ਜਾਂਦੇ, ਅਤੇ ਜੋ ਮੱਝ ਦੁੱਧ ਦਿੰਦੀ ਸੀ ਉਹ ਛੱਡ ਜਾਂਦੇ। ਅਤੇ ਲੇਖਕ ਹੁਣਾਂ ਨੂੰ, ਲੇਖਕ ਦੇ ਮਾਮਾ ਜੀ ਸੀ ਜਿਹੜੇ, ਉਹ ਖੋਆ ਦੇ ਕੇ ਜਾਂਦੇ, ਘਿਓ ਦੇ ਕੇ ਜਾਂਦੇ। ਅਤੇ ਜਦੋਂ ਕਿਤੇ ਲੇਖਕ ਹੁਣ ਆਪਣੇ ਮਾਂ ਨਾਲ ਜਾਂਦੇ ਤਾਂ ਘੋੜੀ 'ਤੇ ਝੂਟੀਆਂ ਵੀ ਦਿੰਦੇ। ਅਤੇ ਇੱਥੋਂ ਪਤਾ ਲੱਗਦਾ ਕਿ ਮੱਝਾਂ ਵਾਲੇ, ਘੋੜੀਆਂ ਵਾਲੇ, ਦੁੱਧ ਘਿਓ ਵਾਲੇ ਉਹ ਤਕੜੇ ਨਾਨਕੇ ਸਨ ਲੇਖਕ ਦੇ। ਅੱਗੇ ਹੈ ਕਿ ਪ੍ਰਸ਼ਨ ਨੰਬਰ 4, ਲੇਖਕ ਦੇ ਘਰ ਦੀ ਲਿਪਾ ਪੋਚੀ ਅਤੇ ਸਜਾਵਟ ਦਾ ਕੰਮ ਕਿਵੇਂ ਕੀਤਾ ਜਾਂਦਾ ਸੀ। ਹੁਣ ਲਿਪਾ ਪੋਚੀ ਬੇਟਾ ਦੱਸਿਆ ਤੁਹਾਨੂੰ ਪਹਿਲਾਂ, ਜਦੋਂ ਨਾ ਕੱਚੇ ਘਰ ਹੁੰਦੇ ਸੀ, ਘਰਾਂ ਨੂੰ ਲਿਪਣਾ ਹੁੰਦਾ ਤਾਂ ਕਾਲੀ ਮਿੱਟੀ ਲਿਆ ਕੇ ਭਿਉਂ ਕੇ ਉਹਦੇ ਵਿੱਚ ਬੇਟਾ ਤੂੜੀ ਰਲਾ ਕੇ, 2 ਬੰਦੇ ਵਿੱਚ ਗੋਹਾ, ਤੂੜੀ, ਮਿੱਟੀ, 3 ਚੀਜ਼ਾਂ ਦਾ ਮਿਸ਼ਰਣ ਕਰਕੇ ਪਾਣੀ ਪਾ ਕੇ ਉਸ ਨੂੰ ਪੈਰਾਂ ਨਾਲ, ਕਹੀ ਨਾਲ
ਪੂਰਾ ਉਹਨੂੰ ਜਿਵੇਂ ਸੀ ਵੀ ਗੁੰਨ ਕੇ ਪਾਣੀ ਪਾ ਕੇ ਉਹਨੂੰ ਤਿਆਰ ਕਰਦੇ, ਅਤੇ ਫਿਰ ਸਾਰਾ ਪਰਿਵਾਰ ਲੱਗ ਕੇ ਬੇਟਾ ਕੱਚੇ ਘਰ ਨੂੰ ਲਿਪਦੇ, ਉਸ ਮਿੱਟੀ ਨੂੰ ਬੇਟਾ ਜਿਵੇਂ ਅਸੀਂ ਕਹਿ ਦਈਏ ਪੰਜਾਬੀ 'ਚ ਕਿ ਹੱਥਾਂ ਨਾਲ ਪਲਾਸਟਰ ਕਰਦੇ ਉਹਦਾ, ਇਸ ਚੀਜ਼ ਨੂੰ ਲਿਪਣਾ ਕਿਹਾ ਜਾਂਦਾ ਸੀ। ਪੜ੍ਹਦੇ ਹਾਂ ਉੱਤਰ, ਲੇਖਕ ਦੇ ਘਰ ਦੁਸ਼ਹਿਰੇ ਤੋਂ ਪਹਿਲਾਂ ਲਿਪਾ ਪੋਚੀ ਦਾ ਕੰਮ ਹੋ ਜਾਂਦਾ। ਉਹ ਸਾਰੇ ਰਲ ਕੇ ਇਹ ਕੰਮ ਕਰਦੇ, ਕੰਧਾਂ ਉੱਪਰ ਪਾਂਡੂ ਪਰੋਲਾ ਫੇਰਦਾ ਅਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਹੁਣ ਬੇਟਾ ਕੰਧਾਂ ਉੱਪਰ ਪਾਂਡੂ ਤਾਂ ਤੁਸੀਂ ਸਾਰੇ ਬੱਚਿਆਂ ਨੇ ਦੇਖਿਆ ਹੋਊਗਾ ਕਿ ਮਿੱਟੀ ਦੀ ਕਿਸਮ ਆ ਜਿਹਨੂੰ ਭਿਉਂ ਕੇ ਰੱਖ ਦਈਏ, ਅਤੇ ਉਹਦੇ ਵਿੱਚ ਬੇਟਾ ਪਰੋਲੇ ਤੋਂ ਭਾਵ ਹੁੰਦਾ ਇੱਕ ਕੱਪੜਾ, ਉਹਦੇ ਵਿੱਚ ਬੇਟਾ ਭਿਉਂ ਦਿੰਦੇ ਨੇ, ਮਿੱਟੀ ਵਰਗਾ ਹੀ ਹੁੰਦਾ ਪਾਂਡੂ, ਉਹਨੂੰ ਕਿਸੇ ਕੁੱਜੇ 'ਚ ਝੱਕਰੇ 'ਚ ਜਾਂ ਕਿਸੇ ਵੀ ਖੁੱਲ੍ਹੇ ਬਰਤਨ ਦੇ ਵਿੱਚ ਭਿਉਂ ਲਓ, ਅਤੇ ਬੇਟਾ ਫਿਰ ਉਹਦੇ ਵਿੱਚ ਨਾ ਜਿਹੜਾ ਸੀ ਲਿਖਿਆ ਪਰੋਲਾ, ਇੱਕ ਮਿੱਟੀ ਦੇ ਵਿੱਚ ਲਵੇੜਿਆ ਹੋਇਆ ਕੱਪੜਾ, ਉਹਨੂੰ ਪਰੋਲਾ ਕਹਿੰਦੇ ਨੇ। ਕਿਹੜੀ ਮਿੱਟੀ ਦੇ ਵਿੱਚ? ਪਾਂਡੂ ਮਿੱਟੀ ਦੇ ਵਿੱਚ, ਚਿੱਟੀ ਮਿੱਟੀ ਦੇ ਵਿੱਚ। ਫਿਰ ਬੇਟਾ ਉਹਨੂੰ ਕੰਧਾਂ ਨੂੰ ਜਿੱਥੋਂ ਚਿੱਟਾ ਰੰਗ ਦੇਣਾ ਹੁੰਦਾ, ਉਂਝ ਘਰ ਨੂੰ ਕਾਲਾ ਮਤਲਬ ਰੰਗ ਜਾਂ ਕਾਲੀ ਮਿੱਟੀ ਫੇਰੀ ਹੋਣ ਕਰਕੇ ਕਾਲਾ ਰੰਗ ਹੁੰਦਾ, ਅਤੇ ਜਿੱਥੋਂ ਦੇ ਕੋਈ ਡਿਜ਼ਾਈਨ ਪਾਉਣਾ ਹੁੰਦਾ ਉੱਥੇ ਪਾਂਡੂ ਫੇਰਿਆ ਜਾਂਦਾ। ਪਹਿਲਾਂ ਬੇਟਾ ਜਿਹੜਾ ਚੁੱਲ੍ਹਾ ਚੌਂਕਾ ਹੁੰਦਾ ਸੀ ਨਾ, ਉਹਦੇ ਆਲੇ ਦੁਆਲੇ ਮਿੱਟੀ ਦੀਆਂ ਇੱਟਾਂ ਲਾ ਕੇ ਵਿੱਚ ਮੋਗੇ ਰੱਖ ਕੇ ਉਹਨੂੰ ਜਿਵੇਂ ਅਸੀਂ ਇਹ ਕਹਿ ਦਈਏ ਕਿ ਓਟਾ ਬੋਲਿਆ ਜਾਂਦਾ ਸੀ, ਓਟਾ ਕਰਕੇ ਫਿਰ ਓਟੇ ਦੇ ਉੱਪਰ ਪਾਂਡੂ ਫੇਰਨਾ, ਚੁੱਲ੍ਹੇ ਚੌਂਕੇ 'ਤੇ ਪਾਂਡੂ ਫੇਰਨਾ, ਰਸੋਈ ਦੇ ਅੰਦਰ ਪਾਂਡੂ ਫੇਰਨਾ, ਜਾਂ ਜਿਹੜੀਆਂ ਘਰ ਦੇ ਅੰਦਰ ਸੈਲਫਾਂ ਬਣੀਆਂ ਹੁੰਦੀਆਂ ਸੀ ਪੁਰਾਣੇ ਸਮਿਆਂ 'ਚ ਕੱਚੀਆਂ, ਉਹਨਾਂ 'ਤੇ ਪਾਂਡੂ ਫੇਰਨਾ, ਅਤੇ ਘਰ ਦੀਆਂ ਕੰਧਾਂ ਦੇ ਉੱਪਰ ਉਸੇ ਪਾਂਡੂ ਦੇ ਵਿੱਚ ਬੇਟਾ ਰੰਗ ਮਿਲਾ ਕੇ ਫਿਰ ਉਹਨੂੰ ਕੰਧ ਦੇ ਉੱਪਰ ਘੁੱਗੀਆਂ ਮੋਰ ਡਿਜ਼ਾਈਨ ਛਾਪਣੇ। ਸੋ ਪੁਰਾਣੇ ਘਰਾਂ ਨੂੰ ਬੇਟਾ ਇਸ ਤਰ੍ਹਾਂ ਸੰਵਾਰਿਆ ਜਾਂਦਾ ਸੀ। ਉਦੋਂ ਤੁਹਾਡੇ ਏਸ਼ੀਅਨ ਪੇਂਟ ਨਹੀਂ ਸੀ ਹੁੰਦੇ, ਉਸ ਤਰ੍ਹਾਂ ਜਿਹੜੇ ਲੋਕ ਸੀਗੇ ਸਿੱਧੇ ਸਾਦੇ ਹੁੰਦੇ ਸੀ। ਇਸ ਮਿੱਟੀ ਨੂੰ ਹੀ ਇਸ ਢੰਗ ਨਾਲ ਉਹ ਆਪਣੇ ਘਰ ਦੇ ਉੱਪਰ ਲਿਪਾ ਪੋਚੀ ਕਰਦੇ, ਅਤੇ ਘਰ ਬੜੇ ਖੂਬਸੂਰਤ ਹੁੰਦੇ ਸੀ। ਸਾਰੇ ਘਰਾਂ ਦੇ ਵਿੱਚ ਬੇਟਾ ਇਹ ਮੌਸਮ ਦੇ ਅਨੁਸਾਰ ਆਮ ਜਿਹੜੇ ਘਰਾਂ ਨੂੰ ਲਿਪਿਆ ਪੋਚਿਆ ਜਾਂਦਾ ਸੀ। ਸੋ ਅਸੀਂ ਗੱਲ ਕਰਦੇ ਹਾਂ ਕਿ ਕੰਧਾਂ ਉੱਪਰ ਪਾਂਡੂ ਪਰੋਲਾ ਫਿਰਦਾ ਅਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਜਿਹੜਾ ਫਰਸ਼ ਹੁੰਦਾ ਸੀ ਬੇਟਾ, ਉਹਨੂੰ ਜਿਵੇਂ ਤੁਸੀਂ ਆਮ ਦੇਖਿਆ ਹੋਊਗਾ ਕਿ ਜਿਹੜੀਆਂ ਕੰਧਾਂ ਸੀ ਬੇਟਾ ਉਹਨਾਂ 'ਤੇ ਕਾਲੀ ਮਿੱਟੀ, ਅਤੇ ਜਿਹੜਾ ਬੇਟਾ ਥੱਲੇ ਵਿਹੜਾ ਹੁੰਦਾ ਸੀ ਉਹਨੂੰ ਪੀਲੀ ਮਿੱਟੀ ਨਾਲ ਲਿਪਿਆ ਜਾਂਦਾ ਸੀ। ਮਿੱਟੀ ਦੀਆਂ ਕਿਸਮਾਂ ਸੀ, ਕਾਲੀ ਮਿੱਟੀ ਕੰਧਾਂ ਦੇ ਉੱਪਰ ਤੂੜੀ 'ਤੇ ਗੋਹਰ ਲਾ ਕੇ ਲਾਈ ਜਾਂਦੀ, ਅਤੇ ਨੀਚੇ ਵਾਲਾ ਜਿਹੜਾ ਫਰਸ਼ ਹੁੰਦਾ ਸੀ ਉਹਨਾਂ ਦੇ ਉੱਪਰ ਪੀਲੀ ਮਿੱਟੀ ਫੇਰੀ ਜਾਂਦੀ, ਅਤੇ ਜਿਹੜੀ ਆ ਰਸੋਈ ਸੀ ਜਾਂ ਜਿਹੜਾ ਸਾਡੇ ਚੁੱਲ੍ਹੇ ਚੌਂਕੇ ਦਾ ਜਿਹੜਾ ਚੌਂਤਰਾ ਹੁੰਦਾ ਸੀ ਉਹਦੇ 'ਤੇ ਪਾਂਡੂ ਦਾ ਪਰੋਲਾ ਜਿਹੜਾ ਫੇਰਿਆ ਜਾਂਦਾ। ਸੋ ਇਸ ਤਰ੍ਹਾਂ ਬੜੇ ਵਧੀਆ ਢੰਗ ਨਾਲ ਜਿਹੜੇ ਪੁਰਾਣੇ ਘਰਾਂ ਨੂੰ ਸਜਾਇਆ ਜਾਂਦਾ ਸੀ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਅਤੇ ਕੋਈ ਕਹੀ ਨਾਲ ਗੋਹਾ ਅਤੇ ਤੂੜੀ ਗਾਰੇ ਵਿੱਚ ਲਾ ਰਿਹਾ ਹੁੰਦਾ। ਹੁਣ ਤੁਹਾਨੂੰ ਦੱਸਿਆ ਬੇਟਾ ਜਿਹੜਾ ਘਰ ਦੇ ਉੱਪਰ ਮਿੱਟੀ ਫੇਰਨ ਵਾਲਾ ਕੌਨਸੈਪਟ ਸੀ, ਛੋਟੇ ਹੁੰਦਿਆਂ ਸਾਡਾ ਵੀ ਘਰ ਕੱਚਾ ਸੀ, ਅਸੀਂ ਵੀ ਬੇਟਾ ਇਹ ਕੰਮ ਕੀਤਾ। ਅਸੀਂ ਆਪਣੇ ਜਿੱਦੀ ਘਰ, ਪੁਰਾਣੇ ਘਰ ਤੋਂ ਅਜੇ ਵੀ ਉਹਦੇ ਵਿੱਚ ਕੁਛ ਕੰਧਾਂ ਖੜੀਆਂ ਨੇ, ਅਸੀਂ ਵੀ ਬੇਟਾ ਉੱਥੇ ਇਸੇ ਤਰ੍ਹਾਂ ਮਿੱਟੀ ਫੇਰਿਆ ਕਰਦੇ ਸੀ ਆਪਣੇ ਮਾਤਾ ਜੀ ਨਾਲ, ਦਾਦੀ ਜੀ, ਭੂਆ ਜੀ, ਅਸੀਂ ਸਾਰੇ ਰਲ ਕੇ ਇਸ ਤਰ੍ਹਾਂ ਘਰ ਦੇ ਵਿੱਚ। ਮੈਂ ਬਚਪਨ ਸੀ ਛੋਟਾ, ਥੋੜ੍ਹਾ ਮੋਟਾ ਜ਼ਰੂਰ ਕੰਮ ਕੀਤਾ ਕਿ ਸੁਰਤ ਹੈ ਬੇਟਾ, ਉਦੋਂ ਇਸ ਤਰ੍ਹਾਂ ਦੇ ਘਰ ਇਸ ਤਰ੍ਹਾਂ ਲਿਪੇ ਜਾਂਦੇ ਸੀ। ਅਤੇ ਕੋਈ ਬੇਟਾ ਮਿੱਟੀ ਦੇ ਵਿੱਚ ਪਾਣੀ ਪਾ ਰਿਹਾ, ਕੋਈ ਗੋਆ ਮਿਕਸ ਕਰ ਰਿਹਾ, ਕੋਈ ਇਹਦੇ ਵਿੱਚ ਤੂੜੀ ਰਲਾ ਰਿਹਾ, ਸਾਰੇ ਆਪੋ ਆਪਣੇ ਕੰਮ ਦੇ ਵਿੱਚ ਰੁੱਝੇ ਹੁੰਦੇ ਸੀ ਪਹਿਲਾਂ। ਕੋਈ ਲਿਪਣ ਵਿੱਚ ਮਦਦ ਕਰਦਾ ਹੁੰਦਾ। ਲਿਪਣ ਬੇਟਾ ਵੀ ਜਿਵੇਂ ਜਿਹੜੇ ਘਰ ਦੀਆਂ ਸਵਾਣੀਆਂ ਹੁੰਦੀਆਂ ਸੀ, ਸਿਆਣੀਆਂ, ਜਿਵੇਂ ਦਾਦੀ ਹੋ ਗਈ, ਭੂਆ ਹੋ ਗਈ, ਮੰਮੀ ਹੋ ਗਈ, ਉਹਨਾਂ ਨੇ ਲਿਪਣ ਦਾ ਕੰਮ ਕਰਨਾ, ਅਤੇ ਜਿਹੜੇ ਬੱਚੇ ਹੁੰਦੇ ਨੌਜਵਾਨ ਕੰਮ ਕਰਨ ਵਾਲੇ ਘਰ ਦੇ, ਉਹਨਾਂ ਤੱਕ ਜਿਹੜਾ ਉਹ ਮਿੱਟੀ ਸੀ ਉਹਨੂੰ ਕਿਸੇ ਨਾ ਕਿਸੇ ਸੋਰਸ ਤੋਂ ਪਹੁੰਚਾਇਆ ਕਰਦੇ ਸੀ। ਮਿੱਟੀ ਆ ਜਾਣੀ, ਉਹਨਾਂ ਨੇ ਚੱਕ ਕੇ ਫਿਰ ਲਿਪਣਾ ਸ਼ੁਰੂ ਕਰ ਦੇਣਾ। ਘਰ ਦੇ ਬੇਟਾ ਉਹ ਕੰਧਾਂ ਦੇ ਉੱਪਰ ਪੌੜੀਆਂ ਲਾ ਕੇ ਲਿਪਣਾ, ਬੜਾ ਵਧੀਆ ਮਾਹੌਲ ਸੀ ਬੇਟਾ, ਬਟ ਮਿਹਨਤ ਬਹੁਤ ਸੀ ਉਹਨਾਂ ਸਮਿਆਂ ਦੇ ਵਿੱਚ। ਕੋਈ ਲਿਪਣ ਵਿੱਚ ਮਦਦ ਕਰਦਾ ਹੁੰਦਾ। ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ। ਸੋ ਬੇਟਾ ਜਿਹੜੇ ਪਸ਼ੂਆਂ ਦੀਆਂ ਪੱਕੀਆਂ ਖੁਰਲੀਆਂ ਨਹੀਂ ਸੀ ਹੁੰਦੀਆਂ, ਉਦੋਂ ਖੁਰਲੀਆਂ ਵੀ ਕੱਚੀਆਂ ਹੁੰਦੀਆਂ ਸੀਆਂ। ਉਦੋਂ ਭੜੋਲੇ ਹੁੰਦੇ ਸੀ, ਕਿਹਨੇ ਲਿਪ ਕੇ ਭੜੋਲੇ ਵਿੱਚ ਪਾ ਲਿਆ, ਵੀ ਅੱਜ ਕੱਲ੍ਹ ਬੋਲਦਾ ਹੀ ਨਹੀਂ। ਭੜੋਲਿਆਂ ਦੇ ਵਿੱਚ ਬੇਟਾ ਤੁਸੀਂ ਅਨਾਜ ਨੂੰ ਸੰਭਾਲਿਆ ਕਰਦੇ ਸੀ ਅਸੀਂ, ਉਹਦੇ ਵਿੱਚ ਕਿਸੇ 'ਚ ਆਟਾ ਪਾ ਦੇਣਾ, ਕਿਸੇ 'ਚ ਚੌਲ ਪਾ ਦੇਣੇ, ਕਿਸੇ 'ਚ ਛੋਲੇ ਪਾ ਦੇਣੇ, ਕਿਸੇ 'ਚ ਦਾਲਾਂ ਪਾ ਦੇਣੀਆਂ। ਉਹ ਚੀਜ਼ਾਂ ਨੂੰ ਪਾ ਕੇ ਬੇਟਾ ਉੱਪਰੋਂ ਢੱਕਣਾ ਨੂੰ ਬੰਦ ਕਰ ਦੇਣਾ। ਸੋ ਉਹਦੇ ਵਿੱਚ ਕੋਈ ਸੁਸਰੀ, ਕੋਈ ਜੀਵ ਨਹੀਂ ਸੀ ਉਹਨਾਂ ਨੂੰ ਲੱਗਦਾ। ਸੋ ਜਿਹੜੇ ਭੜੋਲੇ ਨੇ ਉਹਨਾਂ ਦਾ ਬਹੁਤ ਮਹੱਤਵਪੂਰਨ ਰੋਲ ਸੀਗਾ ਪੁਰਾਣੇ ਕੱਚੇ ਘਰਾਂ ਦੇ ਵਿੱਚ। ਕੋਈ ਲਿਪਣ ਵਿੱਚ ਮਦਦ ਕਰਦਾ। ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ। ਛੱਤਾਂ ਵੀ, ਕੋਠੇ ਦੇ ਉੱਪਰਲੀਆਂ ਛੱਤਾਂ 'ਤੇ ਵੀ ਬੇਟਾ ਜਿਹੜਾ ਨਵੇਰੇ ਸੀ, ਬਨੇਰੇ ਸੀ, ਅਸੀਂ ਬੋਲਦੇ ਹਾਂ, ਕੋਈ ਨਵੇਰੇ ਕਹਿ ਦਿੰਦਾ, ਕੋਈ ਬਨੇਰੇ ਕਹਿ ਦਿੰਦਾ, ਉਹਨਾਂ ਨੂੰ ਵੀ ਇਸ ਮਿੱਟੀ ਨਾਲ ਲਿਪਿਆ ਜਾਂਦਾ। ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾਇਆ ਜਾਂਦਾ। ਸਾਰਾ ਘਰ ਸੁਗੰਧੀਆਂ ਨਾਲ ਭਰ ਜਾਂਦਾ। ਲੇਖਕ ਦਾ ਬਾਪੂ ਕੰਧਾਂ ਉੱਪਰ ਟੰਗਣ ਲਈ ਤਸਵੀਰਾਂ ਲਿਆਉਂਦਾ।
ਸੋ ਬੇਟਾ ਇਹ ਬਹੁਤ ਘੱਟ ਲਾਈਨਾਂ ਨੇ, ਪਰ ਇਹਦੇ ਵਿੱਚ ਇੱਕ ਘਰ ਨੂੰ ਕਿਵੇਂ ਸਜਾਇਆ ਜਾਂਦਾ, ਘਰ ਨੂੰ ਕਿਵੇਂ ਮਿੱਟੀ ਨਾਲ ਲਿਪਿਆ ਪੋਚਿਆ ਜਾਂਦਾ, ਇਹ ਹਰ ਇੱਕ ਚੀਜ਼ ਨੂੰ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਆਓ ਅਸੀਂ 5 ਨੰਬਰ ਪ੍ਰਸ਼ਨ ਪੜ੍ਹਦੇ ਹਾਂ ਕਿ ਔਖਾ ਕੰਮ ਨੇਪਰੇ ਚਾੜ੍ਹਨ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ। ਕੋਈ ਔਖੇ ਕੰਮ ਨੂੰ ਪੂਰਾ ਕਰਨ ਲਈ ਬੇਬੇ ਕਿਵੇਂ ਮੋਟੀਵੇਟ ਕਰਦੀ। ਬੇਬੇ ਔਖਾ ਕੰਮ ਨੇਪਰੇ ਚਾੜ੍ਹਨ ਲਈ ਆਪਣੇ ਪੁੱਤਰ ਨੂੰ ਹੱਲਾਸ਼ੇਰੀ ਦਿੰਦੀ ਹੈ। ਉਹ ਜਦੋਂ ਬੇਬੇ ਨੂੰ ਕਿਸੇ ਕੰਮ ਦੇ ਖਤਰਿਆਂ ਬਾਰੇ ਦੱਸਦੇ ਤਾਂ ਉਹ ਕਹਿੰਦੀ ਹੈ ਕਿ ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਹੁਣ ਬੇਬੇ ਕਹਿੰਦੀ ਸੀ ਕਿ ਮੁਸੀਬਤ ਦੇਖ ਕੇ ਕੰਮ ਥੋੜ੍ਹੀ ਛੱਡ ਦਾਂਗੇ, ਸਾਹਮਣਾ ਕਰੋ। ਹੁਣ ਇਸ ਤਰ੍ਹਾਂ ਮੋਟੀਵੇਟ ਕਰਦੇ ਸੀ ਬੇਬੇ। ਤਾਂ ਉਹ ਕਹਿੰਦੀ ਕਿ ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਕੀ ਅਸੀਂ ਹਟ ਜਾਂਦੇ ਹਾਂ। ਇਹਨੇ ਜਿਹੜੀਆਂ ਗਾਵਾਂ ਦਲੱਤੇ ਮਾਰਦੀਆਂ ਨੇ, ਅਸੀਂ ਉਹਨੂੰ ਵੀ ਨਿਆਣਾ ਪਾ ਕੇ ਜਾਂ ਰੱਸੀ ਉਹਦੇ ਲੱਤਾਂ ਦੇ ਵਿਚਕਾਰ ਦੀ ਕ੍ਰੋਸ ਟਾਈਪ ਬੰਨ੍ਹ ਕੇ ਉਹਨੂੰ ਨਿਆਣਾ ਪਾਉਣਾ ਕਿਹਾ ਜਾਂਦਾ ਸੀ ਬੇਟਾ, ਕਿ ਉਹਨੂੰ ਵੀ ਅਸੀਂ ਰੱਸੀ ਬੰਨ੍ਹ ਕੇ ਚੋ ਲੈਂਦੇ ਹਾਂ। ਲੱਤਾਂ ਤੋਂ ਵੀ ਮਾਰਦੀ ਆ ਕਿ ਅਸੀਂ ਹਟ ਜਾਂਦੇ ਹਾਂ। ਕਦੀ ਕਿਹਾ ਹੈ ਕਿ ਕਿਸੇ ਨੇ ਇੰਨੀ ਤੂੜੀ ਵਿੱਚੋਂ ਕੌਣ ਦਾਣੇ ਕੱਢਦਾ ਹੈ। ਕਹਿੰਦੇ ਜਦੋਂ ਹੁਣ ਤੂੜੀ 'ਚ ਇੰਨੀ ਮਿਹਨਤ ਕਰਦੇ ਹਾਂ, ਕਦੇ ਕਿਸੇ ਨੇ ਕਿਹਾ ਵੀ ਇਹ ਦਾਣੇ ਕਿਵੇਂ ਕੱਢੇ ਜਾਂਦੇ ਨੇ। ਸੋ ਬੇਬੇ ਹਮੇਸ਼ਾ ਮੋਟੀਵੇਟ ਕਰਨ ਲਈ ਪ੍ਰੇਰਨਾ ਦਿੰਦੀ। ਫਿਰ ਖੇਤ ਇਸ ਕਰਕੇ ਨਹੀਂ ਵਾਹੁਣ ਜਾਵਾਂਗੇ ਕਿ ਕੰਡਿਆਲੀ ਬੜੀ ਹੈ ਵੀ ਉੱਥੇ ਕੰਡੇ ਨੇ। ਕਹਿੰਦੀ ਫਿਰ ਇਸ ਡਰੋਂ ਅਸੀਂ ਤਾਂ ਫਿਰ ਖੇਤ ਵੀ ਨਾ ਵਾਹੁਣ ਜਾਈਏ। ਕਿਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਐ ਅਸਾਂ। ਕਹਿੰਦੀ ਕਿਲੇ ਦੀਆਂ ਕੰਧ ਨੂੰ, ਜਿਵੇਂ ਬੇਟਾ ਕਿਲੇ ਦੀਆਂ ਨਾ ਬਹੁਤ ਵੱਡੀਆਂ ਕੰਧਾਂ ਹੁੰਦੀਆਂ ਸੀ, ਬਹੁਤ ਭਾਰੀਆਂ ਕੰਧਾਂ ਹੁੰਦੀਆਂ ਸੀ, ਜੱਫਿਆਂ 'ਚ ਨਹੀਂ ਸੀ ਆਉਂਦੀਆਂ। ਕਹਿੰਦੀ ਉਹਨਾਂ ਨੂੰ ਤੋੜ ਕੇ ਵਾਹ ਕੇ ਜ਼ਮੀਨ ਨੂੰ ਪੱਧਰ ਕਰਕੇ ਉਹਦੇ 'ਚ ਅਨਾਜ ਬੀਜ ਕੇ ਰੋਟੀ ਖਾਣ ਵਾਲੇ ਬੰਦੇ ਆ ਆਪਾਂ। ਤੁਸੀਂ ਮਾੜੇ ਕੋ ਖਤਰੇ ਤੋਂ ਘਬਰਾ ਗਏ। ਕਹਿੰਦੇ ਤੁਸੀਂ ਐਵੇਂ ਹੀ ਡਰ ਗਏ। ਜੇ ਕੋਈ ਉਹਨਾਂ ਨੂੰ ਕੋਈ ਮੁਸੀਬਤ ਆਉਂਦੀ ਨਾ, ਉਹ ਡਰ ਜਾਂਦੇ। ਤਾਂ ਬੇਬੇ ਇੱਦਾਂ ਉਹਨਾਂ ਨੂੰ ਮੋਟੀਵੇਟ ਕਰਦੀ। ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ ਕਿ ਇੰਨਾ ਹੌਸਲਾ ਕਿ ਪਿਆਸ ਲੱਗੀ ਹੈ। ਅੱਗੇ ਇਸ ਲਾਈਨ ਨੂੰ ਦੁਬਾਰਾ ਪੜ੍ਹਦੇ ਹਾਂ ਬੇਟਾ। ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ ਕਿ ਇੰਨਾ ਹੌਸਲਾ ਕਿ ਪਿਆਸ ਲੱਗੀ ਹੈ। ਫਿਰ ਕੀ ਹੋਇਆ ਜੇ ਪਾਣੀ ਨਹੀਂ, ਖੂਹ ਪੁੱਟੇ ਅਤੇ ਪਾਣੀ ਪੀਓ। ਯਾਨੀ ਜਵਾਨੀ ਦੇ ਦਿਨਾਂ 'ਚ ਇੰਨੀ ਤਾਕਤ ਹੁੰਦੀ ਸੀ, ਇੰਨਾ ਹੌਸਲਾ ਹੁੰਦਾ ਸੀ ਵੀ ਜੇ ਪਿਆਸ ਲੱਗੀ ਆਈ ਕੋਈ ਗੱਲ ਨਹੀਂ, ਯਾਨੀ ਖੂਹ ਪੱਟ ਲਓ ਅਤੇ ਪਾਣੀ ਪੀ ਲਓ। ਇੰਨੇ ਮਤਲਬ ਮਿਹਨਤੀ ਸਮੇਂ ਦੀ ਬੇਬੇ ਐਗਜ਼ਾਮਪਲ ਦਿੰਦੀ ਆ ਵੀ ਜੇ ਪਿਆਸ ਲੱਗੀ ਆ ਫਿਰ ਕੀ ਹੋ ਗਿਆ, ਖੂਹ ਪੱਟੋ ਪਾਣੀ ਪੀ ਲਓ। ਇਹ ਉਦਾਹਰਨ ਬੇਬੇ ਦੇ ਕੇ ਇਹਨਾਂ ਨੂੰ ਮੋਟੀਵੇਟ ਕਰਦੀ ਸੀ ਵੀ ਕਦੇ ਮੁਸੀਬਤ ਤੋਂ ਡਰਨਾ ਨਹੀਂ, ਉਹਦਾ ਸਾਹਮਣਾ ਕਰਨਾ। ਔਖੀ ਚੀਜ਼ ਕਿਹੜੀ ਹੈ ਜੇ ਰੱਬ ਸਾਥ ਦੇਵੇ, ਭਰੋਸਾ ਰੱਖੋ ਗੁਰੂ ਤੁਹਾਡੇ ਅੰਗ ਸੰਗ ਹੈ। ਕਹਿੰਦੀ ਜੀਵਨ 'ਚ ਕੋਈ ਚੀਜ਼ ਔਖੀ ਨਹੀਂ ਬੇਟਾ, ਆਪਾਂ ਤਾਂ ਇੰਨੇ ਮਿਹਨਤੀ ਲੋਕ ਹਾਂ, ਮਿਹਨਤ ਕਰਕੇ ਹੀ ਅੱਗੇ ਵਧਣਾ। ਸੋ ਬੇਟਾ ਜਿਹੜੀ ਬੇਬੇ ਸੀ ਉਹ ਤਾਂ ਹੀ ਭਾਸ਼ਾ ਦੀ ਟਕਸਾਲ ਲੱਗਦੀ ਸੀ। ਬੇਬੇ ਕੋਲ ਇੰਨੀਆਂ ਗੱਲਾਂ ਹੁੰਦੀਆਂ, ਲੇਖਕ ਉਹਨਾਂ ਗੱਲਾਂ ਨੂੰ ਸਿੱਖ ਸਿੱਖ ਕੇ ਵੱਡਾ ਹੋਇਆ ਅਤੇ ਲੇਖਕ ਵੀ ਉਹਨਾਂ ਗੱਲਾਂ ਤੋਂ ਇੰਨਾ ਇੰਪਰੈਸ ਹੋਇਆ ਸੀ ਕਿ ਸਾਡੀ ਬੇਬੇ ਵਾਕਈ ਉਹ ਬੇਬੇ ਸੀ ਜਿਹਨੂੰ ਹਮੇਸ਼ਾ ਸਲਾਮ ਕਰਨ ਨੂੰ ਦਿਲ ਕਰਦਾ, ਜਿਸ ਅੱਗੇ ਹਮੇਸ਼ਾ ਲੇਖਕ ਦਾ ਜਿਹੜਾ ਸੀਸ ਆ ਉਹ ਝੁਕਦਾ ਹੈ। ਪ੍ਰਸ਼ਨ ਨੰਬਰ 6, ਬੇਬੇ ਜੀ ਪਾਠ ਵਿੱਚ ਬੇਬੇ ਜਿੰਦਰਾ ਅਤੇ ਕੁੰਜੀਆਂ ਸ਼ਬਦ ਕਿਹਨਾਂ ਲਈ ਵਰਤਦੀ ਹੈ ਅਤੇ ਕਿਉਂ। ਉੱਤਰ ਹੈ ਬੇਬੇ ਜਿੰਦਰਾ ਸ਼ਬਦ ਆਪਣੇ ਲਈ, ਕਿਉਂਕਿ ਬੇਬੇ ਇਹ ਕਦੀ ਕਿ ਵੱਡੇ ਮਹਿਲ ਨੂੰ ਲੱਗਿਆ ਜਿੰਦਰਾ। ਕਹਿੰਦੇ ਜਦੋਂ ਬੇਬੇ ਵਗ ਜਾਂਦੀ ਸੀ ਘਰ 'ਚ ਰੌਣਕ ਨਹੀਂ ਸੀ ਹੁੰਦੀ। ਅਤੇ ਕੁੰਜੀਆਂ ਸ਼ਬਦ ਆਪਣੇ ਬੱਚਿਆਂ ਲਈ ਵਰਤਦੀ ਹੈ। ਹੁਣ ਕਹਿੰਦੀ ਬੇਬੇ ਵੀ ਮੈਂ ਵੱਡਾ ਜਿੰਦਾ ਜ਼ਰੂਰ ਹਾਂ ਪਰ ਮੇਰੀਆਂ ਚਾਬੀਆਂ ਨੇ ਮੇਰੇ ਬੱਚੇ। ਹੁਣ ਬੇਬੇ ਕਹਿੰਦੀ ਸੀ ਕਿ ਜਿੰਦਰੇ ਦਾ ਮਹੱਤਵ ਤਾਂ ਹੈ ਪਰ ਜਿੰਦਾ ਖੁੱਲ੍ਹੂਗਾ ਕਿਹਦੇ ਨਾਲ, ਕੁੰਜੀਆਂ ਨਾਲ। ਸੋ ਬੇਬੇ ਜਿੰਦਰਾ ਸ਼ਬਦ ਆਪਣੇ ਆਪ ਲਈ ਅਤੇ ਕੁੰਜੀਆਂ ਸ਼ਬਦ ਆਪਣੇ ਬੱਚਿਆਂ ਲਈ ਵਰਤਦੀ ਹੈ। ਉਹ ਜਿੰਦਰਾ ਇਹਨਾਂ ਕੁੰਜੀਆਂ ਨਾਲ ਹੀ ਖੁੱਲ੍ਹਦਾ ਸੀ ਅਤੇ ਇਸ ਨੂੰ ਉਹ ਹੀ ਖੋਲ੍ਹ ਕੇ ਇਸ ਦਾ ਅੰਦਰ ਫਰੋਲ ਸਕਦੇ ਸਨ ਜਿਸ ਵਿੱਚ ਬਹੁਤ ਕੁਝ ਸੀ। ਹੁਣ ਬੇਬੇ ਕਹਿੰਦੀ ਮੈਂ ਇੱਕ ਜਿੰਦਰੇ ਦੀ ਤਰ੍ਹਾਂ, ਮੇਰੇ ਬੱਚੇ ਮੇਰੀਆਂ ਕੁੰਜੀਆਂ ਨੇ, ਉਹ ਮੈਨੂੰ ਖੋਲ੍ਹਣ ਅਤੇ ਮੇਰੇ ਅੰਦਰ ਜੋ ਕੁਛ ਹੈ ਉਹ ਫਰੋਲ ਲੈਣ। ਸੋ ਜਿੰਦਰਾ ਸ਼ਬਦ ਬੇਬੇ ਆਪਣੇ ਆਪ ਲਈ ਅਤੇ ਕੁੰਜੀਆਂ ਆਪਣੇ ਬੱਚਿਆਂ ਲਈ ਵਰਤਦੀ ਹੈ। ਪ੍ਰਸ਼ਨ ਨੰਬਰ 7, ਬੇਬੇ ਆਪਣੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਵਿਚਕਾਰ ਇੱਕ ਕੜੀ ਦਾ ਕੰਮ ਕਿਵੇਂ ਕਰਦੀ ਹੈ। ਹੁਣ ਜਿਵੇਂ ਅਸੀਂ ਕਿਹਾ ਕਿ ਉਹ ਰਾਜਧਾਨੀ ਸ਼ਬਦ ਅਸੀਂ ਵਰਤਿਆ ਸੀ ਬੇਟਾ ਉੱਪਰ ਲੇਖ ਦੇ ਸਾਰ ਵਿੱਚ। ਪੜ੍ਹਦੇ ਹਾਂ ਉੱਤਰ,
ਬੇਬੇ ਨੂੰ ਮਿਲਣ ਲਈ ਸਾਰੇ ਪੁੱਤਰ ਅਤੇ ਰਿਸ਼ਤੇਦਾਰ ਘਰ ਵਿੱਚ ਆਉਂਦੇ ਜਾਂਦੇ ਰਹਿੰਦੇ। ਹੁਣ ਇੱਥੇ ਕੜੀ ਹੈ ਬੇਬੇ, ਸਾਰਿਆਂ ਨੂੰ ਜੋੜਨ ਵਾਲੀ। ਬੇਬੇ ਕਰਕੇ ਹੀ ਸਾਰੇ ਰਿਸ਼ਤੇਦਾਰ ਆਉਂਦੇ, ਇੱਕ ਦੂਜਾ ਰਿਸ਼ਤੇਦਾਰ ਇੱਕ ਦੂਜੇ ਨੂੰ ਮਿਲਦਾ, ਕਿਉਂਕਿ ਉਹ ਮਿਲਣ ਕਿਹਨੂੰ ਆਉਂਦੇ ਸੀ? ਬੇਬੇ ਨੂੰ। ਇੱਕ ਨੂੰ ਮਿਲ ਆਇਆ, ਇੱਕ ਦੂਸਰੇ ਨੂੰ ਮਿਲ ਲੈਂਦਾ ਸੀ। ਇਸ ਕਰਕੇ ਉਹਨਾਂ ਵਿਚਕਾਰ ਆਪਸੀ ਸੰਬੰਧ ਕਾਇਮ ਰਹਿੰਦੇ ਹਨ ਅਤੇ ਉਹਨਾਂ ਦੀ ਸਾਂਝ ਬਣੀ ਰਹਿੰਦੀ ਸੀ। ਇਸ ਤਰ੍ਹਾਂ ਬੇਬੇ ਸਾਰੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਜੋੜੀ ਰੱਖਣ ਵਾਲੀ ਇੱਕ ਕੜੀ ਦਾ ਕੰਮ ਕਰਦੀ ਸੀ। ਸੋ ਬੇਬੇ ਹੁਣ ਜਦੋਂ ਲੇਖਕ ਦੇ ਭਰਾ ਕੋਲ ਰਹਿੰਦੀ ਆ ਅਤੇ ਸਾਰੇ ਰਿਸ਼ਤੇਦਾਰ ਭੈਣ ਭਾਈ ਉਹਨੂੰ ਬੇਬੇ ਜੀ ਨੂੰ ਮਿਲ ਆਉਂਦੇ ਨੇ, ਅਤੇ ਬੇਬੇ ਇੱਥੇ ਇੱਕ ਕੇਂਦਰ ਪੁਆਇੰਟ ਆ, ਜਿਹਦੇ ਕਰਕੇ ਸਾਰੇ ਰਿਸ਼ਤੇਦਾਰ ਇੱਕ ਦੂਜੇ ਨਾਲ ਜੁੜੇ ਹੋਏ ਨੇ, ਸਾਰਿਆਂ ਦੇ ਇੱਕ ਦੂਸਰੇ ਨਾਲ ਜਿਹੜੇ ਸੰਬੰਧ ਉਹ ਬਣੇ ਹੋਏ ਨੇ। ਪ੍ਰਸ਼ਨ ਨੰਬਰ 8, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ, ਇਹ ਸ਼ਬਦ ਕਿਸ ਨੇ ਕਿਸ ਨੂੰ ਅਤੇ ਕਿਉਂ ਕਹੇ? ਉੱਤਰ, ਇਹ ਸ਼ਬਦ ਬੇਬੇ ਜੀ ਲੇਖਕ ਵਿੱਚ ਲੇਖ ਵਿੱਚ ਲੇਖਕ ਦਾ ਛੋਟਾ ਭਰਾ ਉਦੋਂ ਹੌਲੀ ਜਿਹੀ ਆਖਦਾ ਜਦੋਂ ਉਹ ਪਰਿਵਾਰ ਸਮੇਤ ਖੁਸ਼ੀ ਜਾਂ ਗਮੀ ਦੇ ਮੌਕੇ ਜਾਂ ਤਿੱਥ ਤਿਉਹਾਰ 'ਤੇ ਉਹਨਾਂ ਨਾਲ ਕੁਝ ਦਿਨ ਗੁਜ਼ਾਰਨ ਮਗਰੋਂ ਉਹਨਾਂ ਤੋਂ ਵਿਛੜਨ ਲੱਗਦੇ। ਉਹ ਇਹ ਗੱਲ ਇਸ ਕਰਕੇ ਕਹਿੰਦਾ ਕਿਉਂਕਿ ਉਸ ਨੂੰ ਇਹ ਤੌਖਲਾ ਸੀ ਕਿ ਉਸ ਦੇ ਭਾਈ ਅਤੇ ਰਿਸ਼ਤੇਦਾਰ ਉਸ ਨੂੰ ਬੇਬੇ ਕਰਕੇ ਹੀ ਮਿਲਣ ਆਉਂਦੇ ਹਨ। ਜਦੋਂ ਉਹ ਨਾ ਰਹੀ ਤਾਂ ਸ਼ਾਇਦ ਉਹ ਹੁਣ ਵਾਂਗ ਨਾ ਆਇਆ ਕਰਨ। ਉਹਨੂੰ ਲੱਗ ਰਿਹਾ ਸੀ, ਕਹਿੰਦਾ ਬੇਬੇ ਜਦੋਂ ਬੇਬੇ ਨਾ ਰਹੇ ਉਦੋਂ ਵੀ ਆਇਆ ਕਰੋਗੇ। ਹੁਣ ਇਹ ਬੇਟਾ ਜਿਹੜੇ ਸ਼ਬਦ ਨੇ, ਲੇਖਕ ਦਾ ਜਿਹੜਾ ਛੋਟਾ ਭਰਾ ਉਹ ਕਹਿੰਦਾ ਹੈ ਕਿ ਜੇ ਬੇਬੇ ਨਾ ਰਹੀ ਵੀਰੇ ਫਿਰ ਵੀ ਤੁਸੀਂ ਇਹੀ ਆਇਆ ਕਰੋਗੇ। ਇਹ ਸ਼ਬਦ ਲੇਖਕ ਦਾ ਛੋਟਾ ਭਰਾ ਕਹਿੰਦਾ ਰਿਸ਼ਤੇਦਾਰਾਂ ਨੂੰ। ਉਦੋਂ ਕਹਿੰਦਾ ਜਦੋਂ ਮਿਲ ਕੇ ਵਾਪਸ ਜਾ ਰਹੇ ਹੁੰਦੇ ਨੇ। ਪ੍ਰਸ਼ਨ ਨੰਬਰ 9, ਲੇਖਕ ਨੂੰ ਸੁਪਨੇ ਵਿੱਚ ਬੇਬੇ ਕੀ ਕੰਮ ਕਰਦੀ ਨਜ਼ਰ ਆਉਂਦੀ ਹੈ? ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ ਹੈ, ਲੇਖਕ ਨੂੰ ਸੁਪਨੇ ਵਿੱਚ ਬੇਬੇ ਕਦੀ ਖੇਤ ਵਿੱਚ ਮਿਰਚਾਂ ਤੋੜਦੀ ਫਿਰਦੀ ਅਤੇ ਕਦੀ ਕਪਾਹ ਚੁਗਦੀ ਦਿਸਦੀ ਹੈ। ਕਦੀ ਉਹ ਬਛੜੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ ਹੈ। ਜਿਹੜੇ ਬਛੜੂ ਬੇਟਾ ਹੁੰਦੇ ਨੇ, ਜਿਹੜੇ ਜਿਵੇਂ ਆਪਾਂ ਕੱਟੀਆਂ ਹੋ ਗਈਆਂ, ਗਊਆਂ ਦੇ ਬੱਚੇ ਹੋ ਗਏ, ਕਟਰੂ ਬਛੜੂ ਉਹਨੂੰ ਬੋਲਦੇ ਸੀ, ਉਹਨਾਂ ਦੀਆਂ ਬੂਥੀਆਂ ਮਤਲਬ ਉਹਨਾਂ ਦੇ ਮੂੰਹ ਪਲੋਸਦੀ ਨਜ਼ਰ ਆਉਂਦੀ ਆ। ਅਤੇ ਕਦੀ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ ਆ, ਅਤੇ ਲੇਖਕ ਨੂੰ ਕਦੇ ਬੇਬੇ ਮੱਝਾਂ ਨੂੰ ਥਾਪੀ ਦਿੰਦੀ ਨਜ਼ਰ ਆਉਂਦੀ, ਵੀ ਮੱਝਾਂ ਦੀ ਧਾਰ ਚੋ ਕੇ ਬੇਟਾ ਫਿਰ ਮੱਝਾਂ ਨੂੰ ਥਾਪੀ ਦਿਆ ਕਰਦੇ ਸੀ ਪੁਰਾਣੇ ਬਜ਼ੁਰਗ। ਅੱਜ ਕੱਲ੍ਹ ਤਾਂ ਅਸੀਂ ਡੰਡਾ ਮਾਰ ਕੇ ਮੱਝ ਚੋਂਦੇ ਹਾਂ ਅਤੇ ਡੰਡਾ ਮਾਰ ਕੇ ਉਹਨੂੰ ਖੜੀ ਕਰਦੇ ਜਾਂ ਬੈਠਣ ਲਈ ਕਹਿੰਦੇ ਹਾਂ। ਅੱਜ ਡੰਗਰਾਂ ਨੂੰ ਕੁੱਟਿਆ ਜਾਂਦਾ, ਪਹਿਲਾਂ ਥਾਪੀਆਂ ਦਿੱਤੀਆਂ ਹੁੰਦੀਆਂ ਸੀ ਡੰਗਰਾਂ ਪਸ਼ੂਆਂ ਨੂੰ। ਅਤੇ ਆਪਣੇ ਬੱਚਿਆਂ ਵਾਂਗ ਜਿਹੜੇ ਬੇਟਾ ਚਾਹੇ ਬਲਦ ਹੁੰਦੇ ਸੀ, ਚਾਹੇ ਘਰਾਂ ਦੀਆਂ ਗਊਆਂ ਮੱਝਾਂ ਹੁੰਦੀਆਂ ਸੀ, ਉਹਨਾਂ ਨੂੰ ਇਸ ਤਰ੍ਹਾਂ ਪਾਲਿਆ ਜਾਂਦਾ ਸੀ। ਕਦੇ ਉਹ ਉਸ ਨੂੰ ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਘੱਟੇ ਵਿੱਚ ਲੱਥ ਪੱਥ ਝਾੜੂ ਦਿੰਦੀ ਦਿਸਦੀ, ਅਤੇ ਕਦੇ ਪਾਥੀਆਂ ਪੱਥਦੀ। ਟਾਕੀਆਂ ਬੇਟਾ, ਟਾਕੀਆਂ ਇਹ ਹੁੰਦਾ ਸੀ ਨਾ ਪਹਿਲਾਂ, ਅੱਜ ਕੱਲ੍ਹ ਤਾਂ ਅਸੀਂ ਮਾੜਾ ਜਿਹਾ ਸੂਟ ਘਸਿਆ ਨਹੀਂ ਅਤੇ ਉਹਦੀ ਉਹਨੂੰ ਸੁੱਟ ਦਿੰਦੇ ਹਾਂ। ਪਹਿਲਾਂ ਬੇਟਾ ਜਿਹੜੇ ਖੱਦਰ ਦੇ ਕੱਪੜੇ ਹੁੰਦੇ ਸੀ ਨਾ, ਕੱਪੜਾ ਆਮ ਨਹੀਂ ਸੀ ਸਮਾਇਆ ਜਾਂਦਾ, ਆਮ ਕੱਪੜੇ ਜੁੜਦੇ ਵੀ ਨਹੀਂ ਸੀ। ਸੋ ਜਿੱਥੋਂ ਕੱਪੜਾ ਬੇਟਾ ਪਾਟ ਜਾਂਦਾ ਤਾਂ ਕਿਸੇ ਹੋਰ ਪਾਟੇ ਹੋਏ ਕੱਪੜੇ ਦੇ ਵਿੱਚੋਂ ਟਾਕੀ ਕੱਟ ਕੇ ਉਹਦੇ ਉੱਪਰ ਰੱਖ ਕੇ ਉਹਨੂੰ ਸੂਈਆਂ ਨਾਲ ਸਿਉਂ ਲੈਂਦੇ। ਟਾਕੀਆਂ ਵਾਲੇ ਕੱਪੜੇ ਲੋਕ ਪਹਿਨਦੇ ਸੀ। ਅੱਜ ਅਸੀਂ ਆਪ ਆਪਣੀ ਮਰਜ਼ੀ ਨਾਲ ਪੈਂਟਾਂ ਨੂੰ ਗਿੱਟਿਆਂ ਗੋਡਿਆਂ ਤੋਂ ਪਾੜ ਕੇ ਪਾ ਰਹੇ ਹਾਂ ਫਟੇ ਪੁਰਾਣੇ ਕੱਪੜੇ। ਅਤੇ ਪਹਿਲਾਂ ਬੇਟਾ ਅੰਤਾਂ ਦੀ ਗਰੀਬੀ ਹੁੰਦੀ ਸੀ, ਉਸ ਟਾਈਮ ਲੋਕ ਕੱਪੜਿਆਂ ਨੂੰ ਟਾਕੀਆਂ ਲਾ ਕੇ ਪਹਿਨਿਆ ਕਰਦੇ ਸੀ। ਅਤੇ ਕਦੇ ਕਹਿੰਦਾ ਬੇਬੇ ਮਿੱਟੀ ਘੱਟੇ ਦੇ ਵਿੱਚ ਲੱਥ ਪੱਥ ਹੋਈ ਉਹਨੂੰ ਝਾੜੂ ਲਗਾਉਂਦੀ ਨਜ਼ਰ ਆਉਂਦੀ ਹੈ ਲੇਖਕ ਨੂੰ, ਅਤੇ ਕਦੇ ਪਾਥੀਆਂ ਪੱਥਦੀ ਨਜ਼ਰ ਆਉਂਦੀ ਹੈ। ਸੋ ਇਸ ਤਰ੍ਹਾਂ ਬੇਬੇ ਜਦੋਂ ਲੇਖਕ ਦੇ ਖਿਆਲਾਂ ਵਿੱਚ ਆਉਂਦੀ ਆ ਤਾਂ ਲੇਖਕ ਉਹਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ। ਵਸਤੂਨਿਸ਼ਟ ਪ੍ਰਸ਼ਨ ਉੱਤਰ, ਬੇਬੇ ਜੀ ਲੇਖ ਦਾ ਲੇਖਕ ਕੌਣ ਹੈ? ਉੱਤਰ ਹੈ ਡਾਕਟਰ ਹਰਪਾਲ ਸਿੰਘ ਪੰਨੂ। ਪ੍ਰਸ਼ਨ ਨੰਬਰ 2, ਲੇਖਕ ਬਚਪਨ ਦੀ ਕਿਹੜੀ ਯਾਦ ਦਾ ਜ਼ਿਕਰ ਕਰਦਾ ਹੈ ਜਦੋਂ ਉਸ ਦੀ ਉਮਰ ਕਿੰਨੀ ਸੀ? ਜਦੋਂ ਬੇਟਾ ਇਹ ਕਹਾਣੀ ਦੇ ਵਿੱਚ ਲੇਖਕ ਸੁਣਾ ਰਿਹਾ ਸਾਰੀਆਂ ਗੱਲਾਂ ਬਾਤਾਂ, ਤਾਂ ਲੇਖਕ ਦੱਸਦਾ ਕਿ ਮੈਂ ਉਦੋਂ ਕਿੰਨੇ ਸਾਲ ਦਾ ਸੀ, ਕਿੰਨੇ ਸਾਲ ਉਮਰ ਸੀ? 4-5 ਸਾਲ ਦਾ। ਪ੍ਰਸ਼ਨ ਨੰਬਰ 3, ਜਦੋਂ ਬੇਬੇ ਘਰ ਹੁੰਦੀ ਤਾਂ ਲੇਖਕ ਨੂੰ ਦਿਨ ਰਾਤ ਕਿਸ ਤਰ੍ਹਾਂ ਬੀਤਦੇ ਲੱਗਦੇ? ਉੱਤਰ ਹੈ ਤਿਉਹਾਰਾਂ ਵਾਂਗ। ਨੈਕਸਟ ਪ੍ਰਸ਼ਨ ਹੈ, ਲੇਖਕ ਦੇ ਬਾਪੂ ਦਾ ਸੁਭਾਅ ਕਿਹੋ ਜਿਹਾ ਸੀ? ਉੱਤਰ ਹੈ ਲੇਖਕ ਦੇ ਬਾਪੂ ਦਾ ਸੁਭਾਅ ਬੜਾ ਸਖਤ ਸੀ। ਲੇਖਕ ਦੇ ਮਾਪਿਆਂ ਕੋਲ ਕਿੰਨੀ ਜ਼ਮੀਨ ਸੀ? ਉੱਤਰ ਹੈ
50 ਏਕੜ। ਪ੍ਰਸ਼ਨ ਨੰਬਰ ਨੈਕਸਟ, ਲੇਖਕ ਦੀ ਛੋਟੀ ਮਾਮੀ ਦਾ ਨਾਂ ਕੀ ਸੀ? ਉੱਤਰ ਹੈ ਗੁਰਦਿਆਲ ਕੌਰ। ਨੈਕਸਟ ਪ੍ਰਸ਼ਨ, ਲੇਖਕ ਦੀ ਮਾਂ ਨੂੰ ਕਿੱਥੋਂ ਸਹਾਇਤਾ ਮਿਲਦੀ ਸੀ? ਉੱਤਰ ਹੈ ਭਰਾਵਾਂ ਵੱਲੋਂ। ਭਰਾਵਾਂ ਤੋਂ ਭਾਵ ਉਸਦੇ ਨਾਨਕਿਆਂ ਵੱਲੋਂ। ਨੈਕਸਟ ਪ੍ਰਸ਼ਨ ਹੈ, ਲੇਖਕ ਦੀ ਬੇਬੇ ਗੁਰਦਿਆਲ ਕੌਰ ਨੂੰ ਆਪਣੀ ਭਰਜਾਈ ਦੀ ਥਾਂ ਕੀ ਸਮਝਦੀ ਸੀ? ਉੱਤਰ ਹੈ ਸਹੇਲੀ। ਨੈਕਸਟ ਪ੍ਰਸ਼ਨ ਹੈ, ਗੱਲਾਂ ਕਰਦਿਆਂ ਬੇਬੇ ਦੇ ਮੂੰਹੋਂ ਕਿਹੜੇ ਅਲੰਕਾਰ ਸਹਿਜ ਸੁਭਾਅ ਨਿਕਲਦੇ ਸਨ? ਉਪਮਾ ਅਲੰਕਾਰ। ਉਪਮਾ ਹੁੰਦਾ ਬੇਟਾ ਕਿਸੇ ਦੀ ਤਾਰੀਫ ਕਰਨੀ, ਕਿਸੇ ਚੀਜ਼ ਦੀ ਐਗਜ਼ਾਮਪਲ ਦੇ ਕੇ ਅਸੀਂ ਕਿਸੇ ਨੂੰ ਮੋਟੀਵੇਟ ਕਰੀਏ, ਇਸ ਤਰ੍ਹਾਂ ਦੀਆਂ ਗੱਲਾਂ ਬੇਬੇ ਦੇ ਮੂੰਹੋਂ ਆਮ ਨਿਕਲਿਆ ਕਰਦੀਆਂ ਸੀ। ਲੇਖਕ ਨੂੰ ਆਪਣੀ ਬੇਬੇ ਕਾਹਦੀ ਟਕਸਾਲ ਜਾਪਦੀ ਸੀ? ਉੱਤਰ ਹੈ ਭਾਸ਼ਾ ਦੀ, ਕਿਉਂਕਿ ਬੇਬੇ ਕੋਲੋਂ ਨਵੇਂ-ਨਵੇਂ ਮੁਹਾਵਰੇ, ਫਿਕਰੇ, ਗੱਲਾਂ, ਸ਼ਬਦ ਲੇਖਕ ਸੁਣਦੇ ਅਤੇ ਲੇਖਕ ਹੈਰਾਨ ਰਹਿ ਜਾਂਦੇ ਕਿ ਬੇਬੇ ਇੰਨਾ ਗਿਆਨ ਕਿੱਥੋਂ ਇਕੱਠਾ ਕਰਕੇ ਲੈ ਕੇ ਆਈ ਹੈ। ਨੈਕਸਟ ਪ੍ਰਸ਼ਨ ਹੈ ਕਿ ਬੇਬੇ ਖਾਤਰਿਆਂ ਤੋਂ ਨਾ ਘਬਰਾਉਣ ਲਈ ਕਿਸ ਉੱਤੇ ਭਰੋਸਾ ਰੱਖਣ ਲਈ ਆਖਦੀ? ਉੱਤਰ ਹੈ ਗੁਰੂ ਉੱਤੇ, ਪ੍ਰਮਾਤਮਾ ਉੱਤੇ, ਵਾਹਿਗੁਰੂ ਉੱਤੇ, ਰੱਬ ਉੱਤੇ। ਬੇਬੇ ਕਹਿੰਦੀ ਸੀ ਹੌਸਲਾ ਰੱਖੋ, ਅਸੀਂ ਮਿਹਨਤ ਕਰਨ ਵਾਲੇ ਲੋਕ ਹਾਂ, ਮੁਸੀਬਤਾਂ ਅਤੇ ਖਤਰਿਆਂ ਤੋਂ ਨਹੀਂ ਡਰਦੇ। ਨੈਕਸਟ ਪ੍ਰਸ਼ਨ ਹੈ, ਲੇਖਕ ਦੀ ਬੇਬੇ ਨੂੰ ਬੁਢਾਪੇ ਵਿੱਚ ਆਪਣਾ ਆਪਾ ਕਿਸ ਤਰ੍ਹਾਂ ਦਾ ਲੱਗਦਾ ਸੀ? ਹੁਣ ਬੇਬੇ ਆਪਣੇ ਆਪ ਨੂੰ ਕੀ ਸਮਝਦੀ ਹੈ? ਵੱਡਾ ਜਿੰਦਰਾ। ਚਾਬੀਆਂ ਕਿਹਨਾਂ ਨੂੰ ਸਮਝਦੀ ਹੈ? ਆਪਣੇ ਬੱਚਿਆਂ ਨੂੰ। ਨੈਕਸਟ ਪ੍ਰਸ਼ਨ ਹੈ, ਲੇਖਕ ਦੀ ਬੇਬੇ ਕਿਹਨਾਂ ਨੂੰ ਮਿਲਣ ਲਈ ਉਤਾਵਲੀ ਰਹਿੰਦੀ ਸੀ ਵੀ ਮੈਨੂੰ ਆਉਣ ਮਿਲ ਕੇ ਜਾਣ? ਉੱਤਰ ਹੈ ਆਪਣੇ ਬੱਚਿਆਂ ਨੂੰ। ਬੇਬੇ ਦੀ ਉਮਰ ਕਿੰਨੇ ਵਰ੍ਹੇ ਦੀ ਹੋ ਗਈ ਸੀ? ਉੱਤਰ ਹੈ 90 ਵਰ੍ਹੇ, 90 ਸਾਲਾਂ ਦੀ। ਬੇਬੇ ਕਿਹੜੇ ਪਿੰਡ ਨੂੰ ਆਪਣਾ ਪਿੰਡ ਸਮਝਦੀ ਸੀ? ਪੇਕਿਆਂ ਦੇ ਪਿੰਡ ਨੂੰ। ਪੇਕੇ ਪਿੰਡ ਨੂੰ ਤੋਂ ਭਾਵ ਜਿੱਥੇ ਬੇਬੇ ਦਾ ਜਨਮ ਹੁੰਦਾ ਜਾਂ ਬੇਬੇ ਜੰਮੀ ਪਲੀ ਆ। ਲੇਖਕ ਨੂੰ ਕਿਸ ਦੇ ਸੁਪਨੇ ਆਉਂਦੇ ਰਹਿੰਦੇ ਹਨ? ਉੱਤਰ ਹੈ ਆਪਣੀ ਬੇਬੇ ਦੇ। ਸੋ ਬੇਟਾ ਇਹ ਸਨ ਵਸਤੂਨਿਸ਼ਟ ਪ੍ਰਸ਼ਨ ਉੱਤਰ ਉੱਪਰ ਅਸੀਂ ਇਸ ਬੇਬੇ ਚੈਪਟਰ ਨਾਲ ਸੰਬੰਧਿਤ ਜਿਹੜੇ ਮੇਨ ਪ੍ਰਸ਼ਨ ਉੱਤਰ ਨੇ ਬੇਟਾ 8-9 ਪ੍ਰਸ਼ਨ ਉਹ ਪੜ੍ਹੇ ਹਨ ਅਤੇ ਉੱਪਰ ਇਸ ਪੂਰੇ ਚੈਪਟਰ ਦਾ, ਇਸ ਲੇਖ ਦਾ ਉੱਪਰ ਸ਼ਾਰਟ ਦੇ ਵਿੱਚ ਸਾਰ ਪੜ੍ਹਿਆ ਹੈ। ਸੋ ਉਮੀਦ ਕਰਦੇ ਹਾਂ ਇਹ ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਅਤੇ ਸਾਰ ਤੁਸੀਂ ਚੰਗੀ ਤਰ੍ਹਾਂ ਸਮਝੇ ਹੋਵੋਗੇ ਅਤੇ ਵਧੇਰੇ ਜਾਣਕਾਰੀ ਲਈ ਬੇਟਾ ਇਹ ਜਿਹੜਾ ਸਾਰ ਹੈ ਬੇਬੇ ਜੀ ਪਾਠ ਹੈ ਉਹਨੂੰ ਆਪਣੀ ਪਾਠ ਪੁਸਤਕ ਦੇ ਵਾਰਤਕ ਭਾਗ ਵਿੱਚ ਦਰਜ ਲੇਖ ਬੇਬੇ ਜੀ ਦੇ ਤਹਿਤ ਤੁਸੀਂ ਨੇ ਜ਼ਰੂਰ ਪੜ੍ਹਨਾ। ਹੁਣ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਹੋਰ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।